ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਅੱਜ ਅਸੀਂ ਗੱਲ ਕਰਨੀ ਹੈ ਇਮੀਗ੍ਰੇਸ਼ਨ ਦੀ ਤੇ ਸਾਡੇ ਨਾਲ ਮੌਜੂਦ ਨੇ ਸਟੂਡੀਓਜ਼ ਦੇ ਵਿੱਚ ਸ਼੍ਰੀ ਅਰਵਿੰਦਰਪਾਲ ਸਿੰਘ, ਜੋ ਕਿ ਇਮੀਗ੍ਰੇਸ਼ਨ ਐਕਸਪਰਟ ਨੇ ਤੇ ਪਿਛਲੇ ਲਗਭਗ 20 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ। ਸਰ, ਵੈਲਕਮ ਟੂ ਦ ਸਟੂਡੀਓ। ਸਤਿ ਸ਼੍ਰੀ ਅਕਾਲ ਸਰ, ਔਰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਕੱਲ੍ਹ ਕਿਉਂਕਿ ਕਰੋਨਾ ਤੋਂ ਬਾਅਦ ਸਾਰਿਆਂ ਦਾ ਮੂਡ ਬਣਿਆ ਹੋਇਆ ਹੈ ਬਾਹਰ ਜਾਣ ਦਾ, ਖਾਸ ਕਰਕੇ ਸਟੂਡੈਂਟਸ ਤੇ ਹਮੇਸ਼ਾ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਹਮੇਸ਼ਾ ਖਿੱਚ ਬਣੀ ਰਹਿੰਦੀ ਹੈ। ਜੀ ਸਰ। ਤਾਂ ਸਟਾਰਟ ਕਰਦੇ ਹਾਂ ਅਮਰੀਕਾ ਤੋਂ, ਕਿਉਂਕਿ ਅਮਰੀਕਾ ਹਮੇਸ਼ਾ ਐਜੂਕੇਸ਼ਨ ਹੱਬ ਰਿਹਾ ਹੈ ਸਟੂਡੈਂਟਸ ਵਾਸਤੇ। ਸੋ ਇਸ ਵਕਤ ਕੀ ਅਪਡੇਟਸ ਨੇ ਅਮਰੀਕਾ ਨੂੰ ਲੈ ਕੇ? ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਤੋਂ ਸ਼ੁਰੂ ਕਰਦੇ ਹਾਂ, ਬਿਕੋਜ਼ US ਨੇ ਸਭ ਤੋਂ ਵੱਧ ਸਟੂਡੈਂਟਸ ਨੂੰ ਸ਼ੁਰੂ ਤੋਂ ਲਿਓਰ ਕੀਤਾ ਹੈ। US ਨੇ ਐਜੂਕੇਸ਼ਨ ਨੂੰ ਸਟਾਰਟ ਕੀਤਾ ਹੈ ਔਰ ਪਿਛਲੇ ਕੁਝ ਸਮੇਂ ਤੋਂ ਜਿਹੜਾ ਕੈਨੇਡਾ ਪੂਰਾ ਅਬਜ਼ਰਵ ਕਰ ਰਿਹਾ ਸੀ ਪੰਜਾਬ ਦੇ ਸਟੂਡੈਂਟਸ। ਸੋ ਪੰਜਾਬ ਤੋਂ ਜਿੰਨੇ ਸਟੂਡੈਂਟ ਜਾਂਦੇ ਸੀ ਉਹ ਤਕਰੀਬਨ ਕੈਨੇਡਾ ਦਾ ਰੁਖ ਕਰਦੇ ਸੀ, ਬਿਕੋਜ਼ ਤੁਹਾਡੇ ਕੋਲ 6 ਬੈਂਡ ਦੇ ਕਰੀਬ ਆ ਜਾਂਦੇ ਸੀ। ਬਟ ਪਿਛਲੇ 1.5-2 ਸਾਲ ਤੋਂ ਕੈਨੇਡਾ ਦੇ ਵਿੱਚ ਜਿਹੜਾ ਸਟੂਡੈਂਟਸ ਦਾ ਸਕਸੈਸ ਰੇਟ ਆ ਉਹ ਕਾਫੀ ਡਰੋਪ ਡਾਊਨ ਹੋਇਆ ਹੈ। ਅਗਰ ਅਸੀਂ ਇੰਡੀਆ ਦੇ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਉਹ 50% ਰਹਿ ਗਿਆ ਹੈ। ਸੋ ਸਟੂਡੈਂਟਸ ਨੂੰ ਮਲਟੀਪਲ ਵਾਰੀ ਏਜੰਟਸ ਬਾਰ-ਬਾਰ ਕੈਨੇਡਾ ਹੀ ਅਪੀਅਰ ਕਰਾਈ ਜਾ ਰਿਹਾ। ਕਈ ਵਾਰੀ ਪ੍ਰੋਫਾਈਲ ਕੈਨੇਡਾ ਦੇ ਫਿੱਟ ਨਹੀਂ ਬੈਠਦਾ ਹੁੰਦਾ ਔਰ ਉਹ ਸਾਰੇ ਦਾ ਸਾਰਾ ਜਿਹੜਾ ਲੋਡ ਸੀਗਾ ਉਹ ਇਸ ਸਮੇਂ ਦੇ ਵਿੱਚ US ਨੂੰ ਸ਼ਿਫਟ ਹੋ ਗਿਆ। ਔਰ US ਦੇ ਵਿੱਚ ਸਾਡੇ ਕੋਲ ਇਸ ਸਮੇਂ ਦੇ ਵਿੱਚ ਸਟੂਡੈਂਟਸ ਦੀਆਂ 5-5 6-6 ਵਾਰੀ ਕੈਨੇਡਾ ਤੋਂ ਰਿਫਿਊਜ਼ਲਸ ਹੁੰਦੀਆਂ ਨੇ ਔਰ ਉਸ ਤੋਂ ਬਾਵਜੂਦ USA ਬੜੇ ਆਰਾਮ ਨਾਲ ਵੀਜ਼ਾ ਦਿੰਦਾ ਆ। ਬਿਕੋਜ਼ US ਦੀ ਜਿਹੜੀ ਵੀਜ਼ਾਸ ਦੀ ਤਾਦਾਦ ਹੈ, ਜਿਹੜਾ ਨੰਬਰ ਹੈ, ਜਿਹੜਾ ਕੋਟਾ ਆ, ਉਹ ਕੈਨੇਡਾ ਤੋਂ ਆਲਮੋਸਟ ਡਬਲ ਹੈ। ਓਕੇ, ਪਰ ਜਿਹੜੇ ਸਾਡੇ ਪੈਰਾਮੀਟਰਸ ਨੇ ਉਹ ਇਹ ਨੇ ਕਿ ਲੱਖ ਦੇ ਕਰੀਬ ਸਟੂਡੈਂਟਸ ਜਿਹੜਾ ਕੈਨੇਡਾ ਜਾਂਦਾ ਹੈ ਐਵਰੀ ਈਅਰ ਪੂਰੇ ਇੰਡੀਆ ਤੋਂ, ਔਰ ਉਹਦਾ 60% ਇਕੱਲਾ ਪੰਜਾਬ ਤੋਂ ਜਾਂਦਾ ਆ। ਓਕੇ, ਸੋ ਇਸ ਕਰਕੇ ਸਾਨੂੰ ਵੇਖਣ ਨੂੰ ਇਹ ਲੱਗਦਾ ਕਿ ਸਾਰੇ ਦਾ ਸਾਰਾ ਸਟੂਡੈਂਟ ਮਤਲਬ ਕੈਨੇਡਾ ਨੂੰ ਹੀ ਜਾ ਰਿਹਾ। ਕੈਨੇਡਾ ਸ਼ਾਇਦ ਨੰਬਰਸ ਵਿੱਚ ਜ਼ਿਆਦਾ ਆ, ਬਟ ਤਕਰੀਬਨ 2 ਲੱਖ ਤੋਂ ਉੱਪਰ ਸਟੂਡੈਂਟ ਹਰ ਸਾਲ ਇਕੱਲੇ US ਵਿੱਚ ਜਾਂਦੇ ਨੇ। ਰਾਈਟ। ਔਰ US ਦਾ ਬਹੁਤ ਤਕੜਾ ਸੋਰਸ ਆ ਇੰਟੈਲੈਕਟ ਨੂੰ ਪੂਰੀ ਦੁਨੀਆ ਤੋਂ ਇੰਪੋਰਟ ਕਰਨ ਦਾ, ਉਹ ਹੈਗਾ F1। F1 ਵਿੱਚ ਸਟੂਡੈਂਟ ਪੈਸਾ ਦੇ ਕੇ ਆਉਂਦਾ। ਦੂਸਰਾ ਸੋਰਸ ਹੈਗਾ ਇੰਟੈਲੈਕਟ ਇੰਪੋਰਟ ਕਰਨ ਦਾ, ਉਹ ਹੈਗਾ H1। H1 ਵਿੱਚ ਅਮਰੀਕਾ ਨੂੰ ਪੈਸਾ ਦੇਣਾ ਪੈਂਦਾ ਆ। ਸੋ F1 ਦੇ ਉੱਪਰ ਬਹੁਤ ਜ਼ਿਆਦਾ ਫੋਕਸ ਹੋ ਗਿਆ ਔਰ ਇਸ ਸਮੇਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਅਗਰ ਅਸੀਂ ਗੱਲ ਕਰੀਏ ਕਿ ਮੈਕਸੀਮਮ ਬੈਕਲੌਗਸ ਨੇ I-20s ਇਸ਼ੂ ਕਰਨ ਦੇ, ਐਡਮਿਸ਼ਨਸ ਇਸ਼ੂ ਕਰਨ ਦੇ। ਔਰ ਇਸ ਸਾਲ ਅਮਰੀਕਾ ਲਈ ਬਹੁਤ ਖਾਸ ਰਹਿਣ ਵਾਲਾ ਹੈ ਬਿਕੋਜ਼ ਅਮਰੀਕਾ ਨੇ ਬਹੁਤ ਜ਼ਿਆਦਾ ਵੀਜ਼ਾਸ ਵੰਡੇ ਨੇ। ਔਰ ਅਗਰ ਤੁਸੀਂ ਅਗਸਤ ਦੇ ਵਿੱਚ ਵੇਖੋਗੇ, ਇਕੱਲੇ ਅਗਸਤ ਤੱਕ ਦੇ ਜਿਹੜੇ ਅੰਕੜੇ ਸੀਗੇ ਉਸ ਸਮੇਂ ਦੇ ਵਿੱਚ ਅੰਬੈਸੀ ਜੁਲਾਈ ਦੇ ਵਿੱਚ ਓਪਨ ਅਪ ਹੋਈ, ਅਗਸਤ ਤੱਕ ਆਉਂਦਿਆਂ ਇੰਡੀਆ 'ਚ ਇਕੱਲੇ 55,000 ਵੀਜ਼ਾਸ ਗ੍ਰਾਂਟ ਕੀਤੇ ਸੀ ਮਹੀਨੇ ਦੇ ਵਿੱਚ, ਜੋ ਕਿ ਇਸ ਸਮੇਂ ਤੱਕ ਦਾ ਅੱਜ ਤੱਕ ਦਾ ਰਿਕਾਰਡ ਵੀ ਹੈ US ਦਾ ਇੰਡੀਆ ਦੇ ਲਈ। ਓਕੇ, ਸੋ ਆਉਣ ਵਾਲਾ ਸਮੇਂ ਤੁਸੀਂ ਇਸੇ ਚੀਜ਼ ਤੋਂ ਪ੍ਰੈਡਿਕਟ ਕਰ ਸਕਦੇ ਹੋ ਕਿ US ਦੇ ਨਾਲ ਸਟੂਡੈਂਟਸ ਦਾ ਕਿਸ ਤਰੀਕੇ ਦਾ ਰਾਬਤਾ ਰਹਿਣ ਵਾਲਾ ਆ। ਕਿਉਂਕਿ US ਦੇ ਵਿੱਚ ਇੰਡੀਆ ਦੇ ਸਟੂਡੈਂਟਸ ਜੋ ਜਾਂਦੇ ਨੇ ਨੰਬਰ 2 ਤੇ ਆਉਂਦੇ ਨੇ, ਕਿਉਂਕਿ ਪਹਿਲੇ ਨੰਬਰ ਤੇ ਤਾਂ ਚਾਈਨਾ ਹੈ। ਚਾਈਨਾ ਦੇ ਸਟੂਡੈਂਟਸ ਕਾਫੀ ਆਉਂਦੇ ਨੇ। ਸੋ ਅਮਰੀਕਾ ਨੂੰ ਵੀ ਜ਼ਿਆਦਾ ਇੰਟਰਸਟ ਰਹਿੰਦਾ ਕਿ ਇੰਡੀਆ ਦੇ ਸਟੂਡੈਂਟਸ ਜ਼ਿਆਦਾ ਆਉਣ। ਕੋਈ ਖਾਸ ਵਜ੍ਹਾ ਇਸ ਦੀ? ਆਬਵੀਅਸਲੀ ਮੈਮ ਸਰ, ਇਹਦੇ 'ਚ ਕੀ ਆ ਕਿ ਅਗਰ ਤੁਸੀਂ ਸੇਮ ਅੰਕੜੇ ਜੋ ਇਸ ਤੋਂ ਪਹਿਲਾਂ ਸਾਡੇ ਤੋਂ ਆਊਟ ਨੰਬਰ ਚਾਈਨਾ ਸੀਗਾ ਈਵਨ US ਦੇ ਵਿੱਚ, US ਦੇ ਵਿੱਚ ਅਸੀਂ 2018 ਦੇ ਵਿੱਚ ਚਾਈਨਾ ਨੂੰ ਕ੍ਰਾਸ ਕੀਤਾ ਆ। ਰਾਈਟ। ਸੋ 2018 'ਚ ਸਾਡੇ ਕੋਲ 8.5 ਮਿਲੀਅਨ ਵੀਜ਼ਾ ਸੀਗੇ। ਸੋ ਆਉਂਦਿਆਂ ਲਾਈਕ ਜਿਹੜਾ ਹੁਣ ਵਾਲਾ ਸਮਾਂ ਆ ਗਿਆ ਜਾਂ 90 ਵਾਲਾ ਸਮਾਂ ਆ ਗਿਆ ਜਾਂ 20 ਅਰਲੀ ਵਾਲਾ ਸਮਾਂ ਜਿਹੜਾ ਆ ਗਿਆ, ਉਹਦੇ ਵਿੱਚ ਅਸੀਂ 1 ਮਿਲੀਅਨ ਵੀਜ਼ਾਸ ਨੂੰ ਕ੍ਰਾਸ ਕੀਤਾ ਆ। ਰਾਈਟ। ਸੋ ਅਸੀਂ ਚਾਈਨਾ ਨੂੰ ਉੱਪਰ ਹੋ ਗਏ। ਸੋ ਸਾਡਾ ਜਿਹੜਾ ਪਰ ਮੰਥ ਵੀਜ਼ੇ ਦਾ ਕੋਟਾ ਆ ਅਮਰੀਕਾ ਦੇ ਵਿੱਚ ਉਹ 1 ਲੱਖ ਵੀਜ਼ਾਸ ਦੇ ਲਗਭਗ ਬੈਠਦਾ ਆ। ਸੋ ਇਹ ਟਰੰਪ ਗਵਰਨਮੈਂਟ ਦੇ ਸਮੇਂ ਦੇ ਅੰਕੜੇ ਨੇ, ਉਸ ਤੋਂ ਬਾਅਦ ਦੇ ਅੰਕੜੇ ਹਾਲੇ ਇਸ਼ੂ ਨਹੀਂ ਹੋਏ। ਸੋ ਇਹ ਉਸ ਸਮੇਂ ਦੇ ਅੰਕੜੇ ਜਦੋਂ ਟਰੰਪ ਗਵਰਨਮੈਂਟ ਆਈ ਸੀ ਔਰ ਇਹ ਯਕੀਨ ਕੀਤਾ ਜਾਂਦਾ ਸੀ ਕਿ ਸ਼ਾਇਦ ਅਮਰੀਕਾ ਵੀਜ਼ੇ ਦੇਣੇ ਘਟਾਤੇ, ਜਾਂ ਸਭ ਨੂੰ ਲੱਗਦਾ ਸੀ ਕਿ ਟਰੰਪ ਗਵਰਨਮੈਂਟ ਨੇ ਬਹੁਤ ਜ਼ਿਆਦਾ ਸੁਪਰੈਸ਼ਨ ਕੀਤੀ ਵੀਜ਼ਾਸ ਦੇ ਉੱਪਰ। ਬਟ ਉਸ ਸਮੇਂ ਦੇ ਵਿੱਚ ਵੀ ਜਿਹੜੇ ਅੰਕੜੇ ਨੇ ਉਹ US ਦੇ ਫੇਵਰ ਵਿੱਚ ਨੇ ਔਰ ਸਾਡੇ ਫੇਵਰ ਦੇ ਵਿੱਚ ਨੇ। ਔਰ ਅਸੀਂ ਚਾਈਨਾ ਨੂੰ ਕ੍ਰਾਸ ਕੀਤਾ ਆ। ਸੇਮ ਵੇ ਅਸੀਂ ਕੈਨੇਡਾ ਦੇ ਵਿੱਚ ਵੀ ਆਲਮੋਸਟ ਜਿਹੜੀ ਕੈਨੇਡੀਅਨ ਜਿਹੜੀ ਮੋਨੋਪੋਲੀ ਸੀਗੀ ਸਟੂਡੈਂਟਸ ਦੀ, ਹੁਣ ਇੰਡੀਆ ਉਹਨੂੰ ਸਰਪਾਸ ਕਰ ਗਿਆ ਆ। ਸੋ ਇੰਡੀਅਨ ਸਟੂਡੈਂਟਸ ਜਿਹੜੇ ਇਸ ਟਾਈਮ ਸਾਰੇ ਪਾਸੇ ਆਊਟ ਨੰਬਰਡ ਨੇ। ਔਰ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਕਿ ਸਾਡੀ ਪਸੰਦ ਕਿਉਂ ਹੈ, ਬਿਕੋਜ਼ ਸਾਡੀ ਕੰਟਰੀਬਿਊਸ਼ਨ ਨੂੰ ਲੈ ਕੇ। ਸੋ ਸਾਡੀ ਕੰਟਰੀਬਿਊਸ਼ਨ ਇਹਨਾਂ ਦੋਨਾਂ ਦੀ ਇਕੋਨਮੀ ਦੇ ਵਿੱਚ ਬਹੁਤ ਤਕੜੀ ਹੈ। ਸੋ ਅਸੀਂ ਅਮਰੀਕਾ ਨੂੰ, ਕੈਨੇਡਾ ਨੂੰ ਰੀਬਿਲਡ ਕਰਨ ਦੇ ਵਿੱਚ ਬਹੁਤ ਤਕੜਾ ਯੋਗਦਾਨ ਦਿੱਤਾ ਆ। ਸਾਡੇ ਜਿਹੜੇ ਪਿਛਲੀ ਪੀੜ੍ਹੀ ਉਹਨੇ ਦਿੱਤਾ ਆ ਔਰ ਨਵੀਂ ਪੀੜ੍ਹੀ ਸਟੂਡੈਂਟਸ ਦੇ ਰੂਪ ਵਿੱਚ ਉਸ ਯੋਗਦਾਨ ਨੂੰ ਹੋਰ ਅੱਗੇ ਲੈ ਕੇ ਜਾ ਰਹੀ ਹੈ। ਬਿਲਕੁਲ, ਕਈ ਵਾਰ ਕਿਹਾ ਜਾਂਦਾ ਕਿ ਜੋ ਐਟੋਮਿਕ ਐਮਰੇਲਾ ਹੈ ਅਮਰੀਕਾ ਦੇ ਕੋਲ, ਜਿਹਦੇ ਬੇਸ ਦੇ ਉੱਤੇ ਪੂਰੀ ਦੁਨੀਆ ਨੂੰ
ਦੱਸਦਾ ਹੈ ਕਿ ਮੈਂ ਸੁਪਰ ਪਾਵਰ ਹਾਂ, ਉਹਦੇ ਵਿੱਚ ਵੀ ਇੰਡੀਅਨਸ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ, ਕਿਉਂਕਿ ਸਾਡੇ ਸਾਇੰਟਿਸਟ ਉਧਰ ਜਾ ਕੇ ਬਿਜ਼ੀ ਹੋਏ ਨੇ ਉਹਨਾਂ ਦੇ ਨਾਲ ਉਹ ਸਾਰਾ ਡਿਵੈਲਪ ਕਰਨ ਦੇ ਵਿੱਚ। ਸੋ ਸਟੂਡੈਂਟਸ ਕੈਨੇਡਾ ਔਰ ਅਮਰੀਕਾ ਦੋਨਾਂ ਡੈਸਟੀਨੇਸ਼ਨਸ ਦੇ ਵਿੱਚੋਂ ਜ਼ਿਆਦਾ ਫੇਵਰ ਕਿਹਨੂੰ ਕਰਦੇ ਨੇ ਇਸ ਵਕਤ ਦਾ ਜੋ ਹਾਲਾਤ ਨੇ ਆਫਟਰ ਕੋਵਿਡ-19? ਜੋ ਪੰਜਾਬੀ ਹੈ, ਜਿਹੜਾ ਪੰਜਾਬੀ ਸਾਡਾ ਮੈਕੈਨਿਜ਼ਮ ਹੈ ਥਾਟ ਪ੍ਰੋਸੈਸ ਦਾ, ਉਹ ਤਾਂ ਬਹੁਤ ਸਿੰਪਲ ਹੈ। 6 ਬੈਂਡ ਆਏ, ਕੈਨੇਡਾ ਤੋਂ ਬਿਨਾਂ ਨਹੀਂ ਸੋਚਣਾ। ਓਕੇ, ਬਿਕੋਜ਼ ਕੈਨੇਡਾ ਕਿਤੇ ਨਾ ਕਿਤੇ ਸਾਨੂੰ ਪੰਜਾਬ ਵਰਗਾ ਲੱਗਦਾ ਹੈ। ਰਾਈਟ। ਸੋ ਕੈਨੇਡਾ ਬਿਕੋਜ਼ ਬਹੁਤ ਜ਼ਿਆਦਾ, ਜਿਸ ਤਰੀਕੇ ਨਾਲ ਅਮਰੀਕਾ ਬਹੁਤ ਜ਼ਿਆਦਾ ਡਾਈਵਰਸੀਫਾਈਡ ਆ, ਕੈਨੇਡਾ ਉਸ ਤਰੀਕੇ ਦਾ ਨਹੀਂ ਹੈਗਾ। ਕੈਨੇਡਾ ਹਾਲੇ ਇੱਕ ਅੰਡਰ ਡਿਵੈਲਪਡ ਇਕਨੋਮੀ ਆ। ਸੋ ਕੈਨੇਡਾ ਜਾ ਕੇ ਸਭ ਨੂੰ ਲੱਗਦਾ ਕਿ ਯੈਸ ਮੇਰੇ ਮੁਤਾਬਿਕ ਸਭ ਕੁਝ ਹੋ ਰਿਹਾ। ਹੌਲੀ ਹੌਲੀ ਤੁਸੀਂ ਦੇਖੋ ਕੈਨੇਡੀਅਨ ਸਮਾਂ ਇਦਾਂ ਦਾ ਆਏਗਾ ਕਿ ਹੋ ਸਕਦਾ ਕੋਈ ਸਮਾਂ ਇਦਾਂ ਦਾ ਆਏਗਾ ਕਿ ਜਿਸ ਤਰੀਕੇ ਨਾਲ ਪੋਰਚੁਗਲ ਦਾ ਗੋਆ ਦੇ ਨਾਲ ਸਿੱਧਾ ਸੰਬੰਧ ਹੈ ਵੀਜ਼ਾਸ ਦੇ ਵਿੱਚ, ਅੰਡਰਸਟੈਂਡਿੰਗ ਦੇ ਵਿੱਚ, ਇੱਕ ਸਮਾਂ ਇਦਾਂ ਦਾ ਆਏਗਾ ਪੰਜਾਬ ਦੀ ਅੰਡਰਸਟੈਂਡਿੰਗ ਕੈਨੇਡੀਅਨਸ ਨੂੰ ਇਨਫਲੂਐਂਸ ਕਰੇਗੀ। ਓਕੇ, ਇੱਕ ਸਮਾਂ ਇਦਾਂ ਦਾ ਆਏਗਾ ਤੁਹਾਨੂੰ ਵੱਖਰਾ ਇੱਕ ਬ੍ਰਿਜ ਦਿਸੇਗਾ ਜੋ ਕਿ ਪੰਜਾਬ ਤੇ ਕੈਨੇਡਾ ਦੇ ਵਿੱਚ ਸਥਾਪਿਤ ਹੋਇਆ ਹੋਏਗਾ। ਰਾਈਟ। ਕੋਈ ਸਮਾਂ ਸੀ ਅਸੀਂ ਇਹ ਵੇਖਦੇ ਸੀਗੇ ਕਿ ਲਾਈਕ ਅਗਰ ਜਦੋਂ ਮੈਂ ਅਰਲੀ ਸ਼ੁਰੂ ਕੀਤਾ ਆਪਣਾ ਕਰੀਅਰ, ਬਹੁਤ ਸਾਰੇ ਏਜੰਟ ਉਦੋਂ ਮਾਫੀਆ ਦੇ ਰੂਪ ਚ ਕੰਮ ਕਰਦੇ ਸੀ, ਜਾਂ ਬਹੁਤ ਥੋੜੇ ਲੋਕ ਸੀ ਜਿਹੜੇ ਦਿੱਲੀ ਤੋਂ ਜਿਹੜੇ ਪ੍ਰੋਫੈਸ਼ਨਲੀ ਵੀਜ਼ਾਸ ਨੂੰ ਅਪਲਾਈ ਕਰਦੇ ਸੀ। ਉਦੋਂ ਕਹਿੰਦੇ ਹੁੰਦੇ ਸੀ ਕਿ ਸਰਦਾਰ ਜੀ ਆ, ਨਹੀਂ ਜੀ ਇਹ ਪਾਸਪੋਰਟ ਨਹੀਂ ਚੱਲੇਗਾ। ਰਾਈਟ। ਸਿਰਫ ਪੰਜਾਬੀ ਦੇ ਵਿੱਚ ਸਾਈਨ ਆ, ਇਹ ਪਾਸਪੋਰਟ ਨਹੀਂ ਚੱਲੇਗਾ। ਸੋ ਤੁਸੀਂ ਵੇਖੋ ਇਹ ਸਮਾਂ ਹੁਣ ਚੇਂਜ ਹੋ ਗਿਆ। ਹੁਣ ਇਸੇ ਰੂਪ ਦੇ ਵਿੱਚ, ਇਸੇ ਦਿੱਖ ਦੇ ਵਿੱਚ ਕੈਨੇਡਾ ਨੂੰ ਤੁਹਾਡੀ ਪ੍ਰਵਾਨਗੀ ਹੈ। ਰਾਈਟ। ਸੋ ਤੁਹਾਡੇ ਇਸੇ ਚਿਹਰੇ ਮੋਹਰੇ ਦੇ ਉੱਪਰ ਹੀ ਸਭ ਮੋਹਰਾਂ ਲੱਗ ਰਹੀਆਂ ਨੇ। ਸੋ ਜਿਹੜਾ ਥਾਟ ਪ੍ਰੋਸੈਸ ਆ ਉਹ ਚੇਂਜ ਹੋ ਗਿਆ। ਇਹਦੇ ਵਿੱਚ ਸਾਡੇ ਵਰਗੇ ਲੋਕਾਂ ਦਾ ਵੀ ਬਹੁਤ ਕੰਟਰੀਬਿਊਸ਼ਨ ਰਹੀ ਹੈ, ਬਿਕੋਜ਼ ਅਸੀਂ ਇਸ ਕੰਮ ਨੂੰ ਪੰਜਾਬ ਤੋਂ ਐਸਟੈਬਲਿਸ਼ ਕੀਤਾ। ਰਾਈਟ। ਔਰ 20-22 ਸਾਲ ਪਹਿਲਾਂ ਤੁਸੀਂ ਸੋਚ ਨਹੀਂ ਸਕਦੇ ਸੀਗੇ ਕਿ ਜਿਹੜਾ ਵੀਜ਼ਾਸ ਦਾ ਪ੍ਰੋਸੈਸ ਇੱਥੋਂ ਸ਼ੁਰੂ ਕਰਨਾ। ਸੋ ਵੀ ਨੌਕਡ ਐਵਰੀ ਡੋਰ। ਅਸੀਂ ਹਰ ਅੰਬੈਸੀ ਗਏ, ਹਰ ਅੰਬੈਸੀ ਦੇ ਅਪਾਇੰਟਮੈਂਟਸ ਲਈਆਂ, ਹਰ ਵੀਜ਼ਾ ਆਫਿਸਰ ਨੂੰ ਮਿਲੇ, ਔਰ ਹੌਲੀ ਹੌਲੀ ਅਸੀਂ ਸਥਾਪਿਤ ਕੀਤਾ ਕਿ 91 ਸੈਂਸਸ ਦੇ ਅਕੋਰਡਿੰਗ ਪੰਜਾਬ ਸਭ ਤੋਂ ਪਰ ਕੈਪੀਟਾ ਇਨਕਮ 'ਚ ਸਭ ਤੋਂ ਅਵਲ ਸੂਬਾ ਸੀ। ਬਿਲਕੁਲ ਸਹੀ। ਸੋ ਪਰ ਕੈਪੀਟਾ ਇਨਕਮ ਸਾਡੀ ਸਭ ਤੋਂ ਵੱਧ ਸੀ। ਸੋ ਸਾਡੀ ਰਾਈਸ ਪ੍ਰੋਡਕਸ਼ਨ, ਮੇਜ਼ ਪ੍ਰੋਡਕਸ਼ਨ ਸਭ ਤੋਂ ਉੱਪਰ ਸੀ। ਰਾਈਟ। ਸੋ ਸਾਡੀ ਜਿਹੜੀ ਕੰਟਰੀਬਿਊਸ਼ਨ ਕਿਸੇ ਵੀ ਫੀਲਡ 'ਚ ਸਭ ਤੋਂ ਅੱਗੇ ਸੀ। ਫਰਟੀਲਾਈਜ਼ਰ ਅਸੀਂ ਸਭ ਤੋਂ ਵੱਧ ਕੰਜ਼ਿਊਮ ਕਰਦੇ ਸੀ। ਹੋਰ ਤੇ ਹੋਰ ਲਿਕਰ, ਮੀਟ, ਐਗਸ, ਇਹਦੀ ਕੰਜ਼ੰਪਸ਼ਨ ਸਾਡੀ ਸਭ ਤੋਂ ਵੱਧ ਸੀ। ਤੇ ਸਾਡਾ ਜਾ ਕੇ ਅੰਬੈਸੀਆਂ ਨੂੰ ਸਵਾਲ ਹੁੰਦਾ ਸੀ ਕਿ ਇਹ ਸਭ ਤੋਂ ਅਮੀਰ ਸਟੇਟ ਆ, ਕੀ ਅਮੀਰ ਲੋਕ ਬਾਹਰ ਨਹੀਂ ਜਾਂਦੇ? ਸੋ ਇਸ ਤੋਂ ਪਹਿਲਾਂ ਸਾਨੂੰ ਪੁੱਠਾ ਵੇਖਿਆ ਜਾਂਦਾ ਸੀ ਕਿ ਅੱਛਾ ਇਹਨਾਂ ਕੋਲ ਇਨਕਮ ਟੈਕਸ ਵੀ ਨਹੀਂ ਹੁੰਦਾ, ਇਹਨਾਂ ਕੋਲ ਬੈਂਕ ਵੀ ਨਹੀਂ ਹੁੰਦੇ, ਇਹਨਾਂ ਦੀਆਂ ਜਾਲੀ ਫਰਦਾਂ ਵੀ ਜਾਲੀ ਹੁੰਦੀਆਂ ਹੈ। ਰਾਈਟ। ਸੋ ਉਹ ਥਾਟ ਪ੍ਰੋਸੈਸ ਨੂੰ ਚੇਂਜ ਕਰਦਿਆਂ ਇਹ ਟਰਾਂਸਫਾਰਮੇਸ਼ਨ ਆ। ਔਰ ਉਹ ਮਾਨ ਸਨਮਾਨ ਆਬਵੀਅਸਲੀ ਇੱਕ ਇੰਡਸਟਰੀ ਸਟੈਬਲਿਸ਼ ਹੋਈ ਜਿਹਨੇ ਬਹੁਤ ਸਾਰੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ, ਨਵੇਂ ਮੁੰਡਿਆਂ ਨੂੰ ਰੁਜ਼ਗਾਰ ਦਿੱਤਾ। ਹੁਣ ਬਹੁਤ ਸਾਰੇ ਲੋਕ ਇਸ ਇੰਡਸਟਰੀ ਦੇ ਵਿੱਚ ਇੰਪਲੋਇਡ ਨੇ। ਸੋ ਆਬਵੀਅਸਲੀ ਹੁਣ ਤੁਸੀਂ ਵੇਖੋ ਹਰ ਘਰ ਦੇ ਵਿੱਚੋਂ ਬਾਹਰ ਲੋਕ ਜਾ ਰਹੇ ਨੇ। ਸੋ ਬਾਹਰ ਜਾਣ ਦੀ ਜਿਹੜੀ ਪ੍ਰਕਿਰਿਆ ਹੈ ਇਹ ਬੇਸਿਕਲੀ ਸਟੂਡੈਂਟ ਦੇ ਆਤਮ ਵਿਸ਼ਵਾਸ ਦੇ ਨਾਲ ਸ਼ੁਰੂ ਹੁੰਦੀ ਹੈ, ਸਟੂਡੈਂਟ ਦੇ ਫਾਈਨੈਂਸ਼ੀਅਲ ਇੰਡੀਪੈਂਡੈਂਸ ਤੇ ਜਾ ਕੇ ਖਤਮ ਹੁੰਦੀ ਹੈ। ਸੋ ਜਿੱਦਣ ਤੁਹਾਡੀ ਜੇਬ ਦੇ ਵਿੱਚ ਤੁਹਾਡਾ ਪੈਸਾ ਆ, ਤੁਸੀਂ ਖੁਦ ਕਮਾਇਆ ਹੈ, ਔਰ ਉਹਦਾ ਮਾਨ ਸਨਮਾਨ ਤੁਹਾਡੇ ਕੋਲ ਬਰਕਰਾਰ ਹੈ, ਸੋ ਤੁਸੀਂ ਫਿਰ ਕਿਸੇ ਦੀ ਅੱਖ 'ਚ ਅੱਖ ਪਾ ਕੇ ਗੱਲਬਾਤ ਕਰ ਸਕਦੇ ਹੋ। ਸੋ ਇਹ ਰੁਤਬਾ ਸਾਡੇ ਸਟੂਡੈਂਟਸ ਨੂੰ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਨੇ ਦਿੱਤਾ ਹੈ। ਸੋ ਜ਼ਿਆਦਾ ਕੰਪਲਿਕੇਸ਼ਨਸ ਕਿੱਥੇ ਨੇ ਜਦੋਂ ਤੁਸੀਂ ਪ੍ਰੋਸੈਸਿਸ ਜਾਂਦੇ ਹੋ, ਤੁਹਾਨੂੰ ਉਹ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ? ਅਮਰੀਕਾ ਦੇ ਵਿੱਚ ਜਾਣ ਵਾਸਤੇ ਜ਼ਿਆਦਾ ਕੰਪਲਿਕੇਸ਼ਨਸ ਆਉਂਦੀਆਂ ਨੇ ਜਾਂ ਕੈਨੇਡਾ ਦੇ ਵਿੱਚ ਜ਼ਿਆਦਾ? ਦੋਨਾਂ ਦਾ ਥਾਟ ਪ੍ਰੋਸੈਸ ਬਿਲਕੁਲ ਡਿਫਰੈਂਟ ਹੈ। ਰਾਈਟ। ਸੋ ਕੈਨੇਡਾ ਹੈਗਾ ਪਿਓਰ ਮੈਥਮੈਟੀਕਲ ਫਾਰਮੈਟ। ਕੈਨੇਡਾ ਦੇ ਵਿੱਚ ਕੀ ਹੈ ਕਿ ਸਟੂਡੈਂਟ ਦੇ ਕੋਲ ਰਿਕੁਆਇਰ ਬੈਂਡ ਆਈਲੈਟਸ ਦਾ ਸਕੋਰ ਹੈਗਾ, ਔਰ ਉਹਦੇ ਕੋਲ ਇੱਕ ਜਿਹੜਾ ਪ੍ਰਪੋਜ਼ਡ ਐਜੂਕੇਸ਼ਨ ਜਿੱਥੇ ਵੀ ਪੜ੍ਹਨਾ ਉਹਦੇ ਨਾਲ ਉਹਦੀ ਐਡਮਿਸ਼ਨ ਹੈਗੀ ਹੈ, ਔਰ ਉਹਦੀ ਪ੍ਰੀਵੀਅਸ ਜਿਹੜੀ ਐਕੈਡੈਮਿਕਸ ਜੋ ਵੀ ਹੈਗਾ ਉਹਦੀ ਐਕਸੀਲੈਂਸ ਨੂੰ, ਤਿੰਨ ਚੀਜ਼ਾਂ ਨੂੰ ਵੇਖਿਆ ਜਾਂਦਾ। ਔਰ ਫਰਦਰ ਇੱਕ ਪ੍ਰੋਗਰੈਸ਼ਨ ਅਸੀਂ ਬੋਲਦੇ ਹਾਂ ਕਿ ਸਟੂਡੈਂਟ ਦਾ ਜਿਹਨੂੰ ਅਸੀਂ ਬੋਲਦੇ ਰਿਟਰਨ ਔਨ ਇਨਵੈਸਟਮੈਂਟ, ਕਿ ਤੁਸੀਂ ਆਹ ਪੜ੍ਹਿਆ ਆ, ਇਹ ਪੜ੍ਹਨ ਚੱਲੇ ਹੋ, ਇਹ ਤੁਹਾਡੇ ਕਰੀਅਰ ਦੇ ਵਿੱਚ ਕਿੱਦਾਂ ਲਾਈਕ ਜਾ ਕੇ ਫਿੱਟ ਬੈਠੇਗਾ। ਆਹ ਚੀਜ਼ਾਂ ਸਟ੍ਰੀਮਲਾਈਨ ਪ੍ਰੂਵ ਕਰ ਦੋ, ਯੂ ਗॉट ਯੂਰ ਵੀਜ਼ਾ ਅਪਰੂਵਲ। ਸੋ ਕੈਨੇਡਾ ਵਿੱਚ ਬਹੁਤ ਸਿੰਪਲ ਆ, ਇਟ ਇਜ਼ ਮੈਥਮੈਟੀਕਲ ਪ੍ਰੋਸੈਸ। ਓਕੇ। ਜਿਹੜਾ ਯੂਐਸ ਦਾ ਥਾਟ ਪ੍ਰੋਸੈਸ ਆ ਟੋਟਲੀ ਡਿਫਰੈਂਟ ਹੈ। ਸੋ ਯੂਐਸ ਦੇ ਵਿੱਚ ਤੁਹਾਡੇ ਕੋਲ ਕਾਗਜ਼ਾਂ ਦਾ ਢੇਰ ਲੱਗਾ ਆ, ਐਂਡ ਵੀਜ਼ਾ ਆਫਿਸਰ ਇਸਕੀ ਇਹਨਾਂ ਨੂੰ ਸਾਈਡ ਤੇ ਰੱਖ ਦੋ, ਔਰ ਤੁਸੀਂ ਆਪਣਾ ਕੇਸ ਖੁਦ ਪੇਸ਼ ਕਰਦੇ ਹੋ। ਓਕੇ। ਸੋ ਵੀਜ਼ਾ ਆਫਿਸਰ ਤੁਹਾਡੇ ਕੋਲ ਤੁਹਾਡੇ ਖੁਦ ਹਾਲਾਤਾਂ ਬਾਰੇ ਸਵਾਲ ਪੁੱਛਦੇ ਨੇ, ਕਿਉਂ ਪੜ੍ਹਨ ਚੱਲੇ ਹੋ, ਕੀ ਕਰਨਾ ਆ। ਸੋ ਅਗਰ ਤੁਸੀਂ ਸਪੌਂਟੇਨੀਅਸਲੀ ਲੌਜੀਕਲੀ ਰਿਪਲਾਈ ਕਰਤਾ, ਇਮੀਡੀਏਟਲੀ ਉਸੇ ਟਾਈਮ ਤੁਹਾਨੂੰ ਵੀਜ਼ਾ ਅਪਰੂਵਲ ਮਿਲ ਜਾਂਦਾ ਹੈ। ਇਟਸ ਲਾਈਕ ਇੰਟਰਵਿਊ। ਮੌਕੇ ਤੇ ਹਰ ਬੰਦੇ ਦੀ ਇੰਟਰਵਿਊ ਹੁੰਦੀ ਹੈ। ਸੋ ਐਵਰੀਬਡੀ ਹੈਜ਼ ਟੂ ਅਪੀਅਰ ਇਨ ਦਾ ਐਮਬੈਸੀ। ਹਰ ਬੰਦਾ ਐਮਬੈਸੀ ਜਾਂਦਾ ਆ। ਸੋ ਵੀਜ਼ਾ ਆਫਿਸਰ ਦੇ ਸਾਹਮਣੇ ਤੁਸੀਂ 2-4 ਕਾਗਜ਼ ਲੈ ਕੇ ਗਏ ਹੋ, ਐਂਡ ਲਾਈਕ ਹੀ ਇਜ਼ ਟਾਕਿੰਗ ਟੂ ਯੂ। ਇਨ ਕੇਸ ਹੀ ਇਜ਼ ਨਾਟ ਹੈਪੀ ਵਿਦ ਯੂਰ ਆਨਸਰਸ, ਸਟ੍ਰੇਟ ਅਵੇ ਸੌਰੀ ਸਰ ਵੀ ਕੈਨੋਟ ਅਪਰੂਵ ਯੂਰ ਕੇਸ, ਸੋ ਗੋ ਬੈਕ, ਕੰਮ ਖਤਮ ਹੈ। ਉਹੀ 2-4 ਗੱਲਾਂ ਕੀਤੀਆਂ, ਹੀ ਇਜ਼ ਹੈਪੀ ਵਿਦ ਯੂਰ ਆਨਸਰਸ, ਗੁੱਡ ਲੱਕ ਸਰ, ਯੂਰ ਵੀਜ਼ਾ ਇਜ਼ ਅਪਰੂਵਡ, ਕੰਮ ਖਤਮ।
ਔਰ ਇਹਦੇ 'ਚ ਸਾਡੀ ਕੰਟਰੀਬਿਊਸ਼ਨ ਹੁੰਦੀ ਹੈ ਕਿ ਬਿਕੋਜ਼ ਵੀ ਹੈਵ ਵਰਕਡ ਫॉर ਸੋ ਲੌਂਗ, ਅਸੀਂ ਚੈਲੰਜ ਲੈਂਦੇ ਹਾਂ, ਅਸੀਂ ਗਾਰੰਟੀ ਲੈਂਦੇ ਹਾਂ ਕਿ ਅੰਬੈਸੀ ਜਾਂਦੇ ਹੋ ਹਰ ਇੱਕ ਕੁਐਸਚਨ ਜਿਹੜਾ ਆ ਸਟੂਡੈਂਟ ਨੂੰ ਪਹਿਲਾਂ ਤੋਂ ਪਤਾ ਹੁੰਦਾ ਆ, ਰਾਈਟ, ਹਰ ਇੱਕ ਜਵਾਬ ਸਟੂਡੈਂਟ ਨੂੰ ਪਹਿਲਾਂ ਤੋਂ ਪਤਾ ਹੁੰਦਾ ਆ। ਔਰ ਸੇਮ ਕੇਸ ਅਸੀਂ ਜਿਹੜੀਆਂ ਟੂਰਿਸਟ ਐਪਲੀਕੇਸ਼ਨਸ ਉਹਨਾਂ ਲਈ ਵੀ ਚੈਲੰਜ ਲੈਂਦੇ ਆ, ਰਾਈਟ, ਕਿ ਕਿਸੇ ਲਈ ਵੀ ਆਊਟ ਆਫ ਸਿਲੇਬਸ ਵੀਜ਼ਾ ਨਹੀਂ, ਆਊਟ ਆਫ ਸਿਲੇਬਸ ਕੁਐਸਚਨਸ ਨਹੀਂ ਹੁੰਦੇ, ਬਟ ਅਲਟੀਮੇਟਲੀ ਵੀਜ਼ਾ ਉਹਨੂੰ ਹੀ ਮਿਲਦਾ ਆ ਜੋ ਪ੍ਰੂਵ ਕਰ ਲੈਂਦਾ, ਜੋ ਬੋਲ ਲੈਂਦਾ ਆ। ਸੋ ਅਲਟੀਮੇਟਲੀ ਇਸ ਤੋਂ ਸੌਖਾ ਥਾਟ ਪ੍ਰੋਸੈਸ ਜਿਹੜਾ ਇੱਕ ਅੰਬੈਸੀ ਨੇ ਰੱਖਿਆ ਆ ਜਿੱਦਾਂ ਦਾ US ਵਰਗਾ ਆ, ਉਹ ਕਿਸੇ ਹੋਰ ਅੰਬੈਸੀ ਦਾ ਨਹੀਂ ਆ। ਬਹੁਤ ਕਲੈਰਿਟੀ ਆ ਉਹਦੇ ਵਿੱਚ ਕਿ ਤੁਸੀਂ ਕਿਸੇ ਵੀ ਐਪਲੀਕੈਂਟ ਨਾਲ ਗੱਲਬਾਤ ਕਰ ਰਹੇ ਹੋ, ਇਨ ਕੇਸ ਤੁਹਾਨੂੰ ਲੱਗਦਾ ਕਿ ਉਹ ਪੋਟੈਂਸ਼ੀਅਲ ਕੈਂਡੀਡੇਟ ਹੈਗਾ ਤਾਂ ਇਮੀਡੀਏਟਲੀ ਉਸੇ ਟਾਈਮ ਤੁਹਾਨੂੰ ਫੈਸਲਾ ਮਿਲ ਜਾਂਦਾ। ਔਰ ਬਹੁਤ ਸਾਰੇ ਤੁਹਾਨੂੰ ਕਨਫਿਊਜ਼ਨਸ ਵਾਲੇ ਚੱਕਰਾਂ, ਜਿੱਦਾਂ ਤੁਹਾਨੂੰ ਏਜੰਟਸ ਕਹਿੰਦੇ ਨੇ ਤੁਸੀਂ ਇੰਨੇ ਲੱਖ ਦਿਓ, ਆਹ ਕਰ ਦਾਂਗੇ, ਇੰਨੇ ਲੱਖ ਦਿਓ, ਆਹ ਕਰ ਦਾਂਗੇ, ਇੱਥੇ ਉਦਾਂ ਦਾ ਕੋਈ ਮਸਲਾ ਨਹੀਂ ਪੈਂਦਾ, ਰਾਈਟ, ਬਿਕੋਜ਼ ਤੁਹਾਡੇ ਤੋਂ ਵੱਧ ਜਾਣਕਾਰੀ ਕਿਸੇ ਨੂੰ ਵੀ ਹੈ ਨਹੀਂ, ਤੁਹਾਡੇ ਤੋਂ ਤਕੜਾ ਵਕੀਲ ਕੋਈ ਨਹੀਂ ਆ, ਬਿਕੋਜ਼ ਤੁਹਾਡਾ ਕੇਸ, ਤੁਹਾਡਾ ਪੱਖ ਅੰਬੈਸੀ 'ਚ ਕੌਣ ਰੱਖ ਰਿਹਾ? ਤੁਸੀਂ ਖੁਦ ਰੱਖ ਰਹੇ ਹੋ। ਸੋ ਕੋਈ ਤੁਹਾਨੂੰ ਰਿਪਰੈਜ਼ੈਂਟ ਨਹੀਂ ਕਰਦਾ, ਯੂ ਆਰ ਰਿਪਰੈਜ਼ੈਂਟਿੰਗ ਯੂਰਸੈਲਫ। ਔਰ ਜਦੋਂ ਤੁਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਹੋ, ਤੁਸੀਂ ਅਲੱਗ ਤਰੀਕੇ ਨਾਲ ਆਊਟਸ਼ਾਈਨ ਕਰਦੇ ਹੋ। ਬਿਲਕੁਲ ਸਹੀ ਗੱਲ ਹੈ, ਔਰ ਇਹ ਜ਼ਰੂਰੀ ਵੀ ਹੈ। ਤਾਂ ਜੋ ਤੁਹਾਡੀ ਪ੍ਰੈਪਰੇਸ਼ਨ ਹੈ ਉਹ ਇਸ ਲੈਵਲ ਦੀ ਹੈ। ਨਾਓ ਕਮ ਟੂ ਦ ਪੁਆਇੰਟ ਕਿ ਤੁਸੀਂ ਹੁਣ ਜਾਣਾ ਹੈ ਅਮਰੀਕਾ, ਤੁਸੀਂ ਜਾਣਾ ਹੈ ਕੈਨੇਡਾ। ਹੁਣ ਇੱਕ ਚੀਜ਼ ਜੋ ਅਸੀਂ ਸਭ ਤੋਂ ਜ਼ਿਆਦਾ ਕੰਸੀਡਰ ਕਰਦੇ ਹਾਂ, ਪੈਕੇਜ ਕੀ ਰਹੇਗਾ, ਸਾਨੂੰ ਖਰਚਾ ਕਿੰਨਾ ਕੁ ਪਏਗਾ, ਕਿੱਧਰ ਜਾਣਾ ਜ਼ਿਆਦਾ ਕਾਸਟ ਇਫੈਕਟਿਵ ਹੈ? ਕੰਪੈਰੇਟਿਵਲੀ US ਦੀਆਂ ਯੂਨੀਵਰਸਿਟੀਜ਼ ਥੋੜ੍ਹੀਆਂ ਜਿਹੀਆਂ ਜ਼ਿਆਦਾ ਐਕਸਪੈਂਸਿਵ ਨੇ, ਔਰ ਕੈਨੇਡਾ ਦੇ ਵਿੱਚ ਉਹੀ ਖਰਚਾ ਜਿਹੜਾ ਸਟੂਡੈਂਟਸ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ। ਸੋ ਮੋਨੇਟਰੀ ਅਗਰ ਵੇਖਾਂਗੇ ਦੋਨੋਂ ਪਾਸੇ ਬਰਾਬਰ ਦੇ ਆਲਮੋਸਟ ਕਾਸਟ ਪੈਂਦੀ ਹੈ। ਸੋ US ਦੇ ਵਿੱਚ ਇੱਕ ਚੀਜ਼ ਚੰਗੀ ਹੁੰਦੀ ਕਿ ਕੈਨੇਡਾ ਵਿੱਚ ਤੁਸੀਂ ਹਰ ਇੱਕ ਕਾਸਟ ਪਹਿਲਾਂ ਪੇ ਕਰਦੇ ਹੋ। ਕੈਨੇਡਾ ਵਿੱਚ ਤੁਸੀਂ ਆਪਣੀ ਟਿਊਸ਼ਨ ਫੀਸ ਵੀ ਪਹਿਲਾਂ ਪੇ ਕਰਦੇ ਹੋ, GIC ਵੀ ਪਹਿਲਾਂ ਪੇ ਕਰਦੇ ਹੋ, ਸਾਰੇ ਦੇ ਸਾਰੇ ਐਕਸਪੈਂਸਿਸ ਤੁਸੀਂ ਪਹਿਲਾਂ ਪੇ ਕਰਦੇ ਹੋ। ਸੋ US ਦੇ ਵਿੱਚ ਤੁਸੀਂ ਯੂਨੀਵਰਸਿਟੀ ਫੀਸਾਂ ਵੀਜ਼ੇ ਤੋਂ ਬਾਅਦ ਪੇ ਕਰਦੇ ਹੋ। ਸੋ US ਦੇ ਵਿੱਚ ਜਿਹੜਾ ਲਾਈਕ ਫਾਈਨੈਂਸ਼ੀਅਲ ਲਾਸ ਹੈ ਉਹ ਅਲੱਗ ਤਰੀਕੇ ਨਾਲ ਕੈਲਕੂਲੇਸ਼ਨ ਹੈ, ਕੈਨੇਡਾ ਦੇ ਵਿੱਚ ਅਲੱਗ ਤਰੀਕੇ ਨਾਲ। ਕੈਨੇਡਾ ਜੋ ਜਾਣਾ ਸਭ ਕੋਈ ਪਹਿਲਾਂ ਚੱਲ ਜਾਣਾ, ਉਸ ਤੋਂ ਬਾਅਦ ਤੁਸੀਂ ਅੰਬੈਸੀ ਜਾਂਦੇ ਹੋ। ਇੱਥੇ ਅੰਬੈਸੀ ਤੁਸੀਂ ਪਹਿਲਾਂ ਭੁਗਤਦੇ ਹੋ, ਵੈਨ ਯੂ ਰਿਸੀਵ ਯੂਰ ਵੀਜ਼ਾ, ਵੈਨ ਯੂ ਰਿਸੀਵ ਯੂਰ ਪਾਸਪੋਰਟ, ਉਸ ਤੋਂ ਬਾਅਦ ਤੁਸੀਂ ਪੇ ਕਰਦੇ ਹੋ। ਸੋ ਆਲਮੋਸਟ ਇਕੁਇਲੈਂਟ ਹੋ ਜਾਂਦਾ, ਬਿਕੋਜ਼ ਉਹਦੇ 'ਚ GIC ਜਾਂਦਾ ਆ, ਰਹਿਣ ਸਹਿਣ ਦੇ ਖਰਚੇ ਜਾਂਦੇ ਆ, ਔਰ ਉਹਨਾਂ ਕੁ ਥੋੜ੍ਹਾ ਬਹੁਤ ਜਿਹੜੀਆਂ US ਦੀਆਂ ਯੂਨੀਵਰਸਿਟੀਜ਼ ਉਹ ਥੋੜ੍ਹੀਆਂ ਬਹੁਤ ਐਕਸਪੈਂਸਿਵ ਨੇ। ਪਰ ਕਾਸਟ ਇਫੈਕਟਿਵ ਜਦੋਂ ਤੁਸੀਂ ਜਾਣ ਲੱਗੇ ਜਿਹੜੇ ਪੈਸੇ ਲੱਗਦੇ ਉਹ ਅਮਰੀਕਾ 'ਚ ਘੱਟ ਲੱਗਦੇ ਆ, ਬਿਕੋਜ਼ ਇੱਥੇ ਤੁਸੀਂ 6 ਮਹੀਨੇ ਦੀ ਫੀਸ ਪੇ ਕਰਕੇ ਜਾਂਦੇ ਹੋ, ਔਰ ਉਧਰ 1 ਸਾਲ ਦੀ ਲੱਗਦੀ ਆ। ਮਤਲਬ ਕਾਸਟ ਇਫੈਕਟਿਵ ਜੋ ਹੈ ਅਮਰੀਕਾ ਹੈ, ਔਰ ਜੋ ਜਿਸ ਨੂੰ ਜਾਣ ਲੱਗੇ ਜਿਹਨੂੰ ਅਸੀਂ ਸਭ ਤੋਂ ਵਧੀਆ ਓਵਰਆਲ ਐਂਡ ਆਫ ਦਾ ਐਜੂਕੇਸ਼ਨ ਵੇਖੋਗੇ, ਫਿਰ ਕੈਨੇਡਾ ਸਸਤਾ ਹੈ। ਓਕੇ, ਦੋਨੋਂ ਚੀਜ਼ਾਂ ਨੇ। ਜੀ। ਸੋ ਕਿਉਂਕਿ ਉਹਨੂੰ ਐਫਸੀ ਐਜੂਕੇਸ਼ਨ ਹੱਬ ਮੰਨਦੇ ਹਾਂ ਅਮਰੀਕਾ ਨੂੰ, ਇਸ ਕਰਕੇ ਜ਼ਿਆਦਾਤਰ ਲੋਕ ਉਧਰ ਇੰਟਰਸਟਿਡ ਰਹਿੰਦੇ ਨੇ। ਫਿਲਹਾਲ ਜੋ ਗ੍ਰੀਵੈਂਸਸ ਨੇ ਸਟੂਡੈਂਟਸ ਦੀਆਂ, ਕਿਉਂਕਿ ਇਸ ਵਕਤ ਕਰੋਨਾ ਤੋਂ ਬਾਅਦ ਬਹੁਤ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿਓਸ ਜਿਹਾ ਹੋਇਆ ਹਰ ਪਾਸੇ। ਜੀ। ਸੋ ਇਸ ਵਕਤ ਜੋ ਗ੍ਰੀਵੈਂਸਸ ਨੇ ਜ਼ਿਆਦਾ ਅਮਰੀਕਾ ਨੂੰ ਲੈ ਕੇ ਨੇ ਕਿ ਜ਼ਿਆਦਾ ਕੈਨੇਡਾ ਨੂੰ ਲੈ ਕੇ ਨੇ? ਅਮਰੀਕਾ ਦੇ ਗ੍ਰੀਵੈਂਸਸ ਨਹੀਂ ਰਹਿੰਦੇ ਕੁਝ ਖਾਸ। ਅਮਰੀਕਾ ਮਤਲਬ ਵਿੰਡੋ, ਇਫ ਇਟ ਇਜ਼ ਓਪਨ ਇਟ ਇਜ਼ ਓਪਨ, ਇਫ ਇਟ ਇਜ਼ ਕਲੋਜ਼ ਇਟ ਇਜ਼ ਕਲੋਜ਼ਡ। ਓਕੇ। ਔਰ ਕੈਨੇਡਾ ਦੇ ਵਿੱਚ ਥੋੜੀ ਬਹੁਤ ਇਹਦੀ ਕਨਫਿਊਜ਼ਨ ਜ਼ਰੂਰ ਰਹੀ ਹੈ, ਬਿਕੋਜ਼ ਕੈਨੇਡਾ ਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਜ਼ਿਆਦੀਆਂ ਨੇ। ਕੈਨੇਡਾ ਇੱਕ ਡਿਵੈਲਪਿੰਗ ਨੇਸ਼ਨ ਹੈ। ਸੋ ਕੈਨੇਡਾ ਸਟੂਡੈਂਟਸ ਦੇ ਆਉਣ ਨਾਲ ਜ਼ਿਆਦਾ ਆਬਾਦ ਹੋ ਰਿਹਾ, ਜ਼ਿਆਦਾ ਖੁਸ਼ਹਾਲ ਹੋ ਰਿਹਾ, ਜ਼ਿਆਦਾ ਪ੍ਰੋਗਰੈਸ ਕਰ ਰਿਹਾ। ਰਾਈਟ। ਸੋ ਕੈਨੇਡਾ ਨੇ ਇਸ ਕਰਕੇ ਆਪਣਾ ਸ਼ਟਰ ਬੰਦ ਨਹੀਂ ਕੀਤਾ। ਸੋ ਈਵਨ ਕੋਵਿਡ ਦੇ ਵਿੱਚ ਵੀ ਐਪਲੀਕੇਸ਼ਨਸ ਦਾ ਢੇਰ ਲੱਗ ਗਿਆ। ਸੋ ਅਗਰ ਤੁਸੀਂ 26 ਅਕਤੂਬਰ ਤੱਕ ਦੇ ਅੰਕੜੇ ਵੇਖੋਗੇ, 26 ਅਕਤੂਬਰ 2121 ਤੱਕ ਦੇ 17,92,000 ਐਪਲੀਕੇਸ਼ਨਸ ਅੰਬੈਸੀ 'ਚ ਪੈਂਡਿੰਗ ਪਈਆਂ ਨੇ। ਸੋ ਆਲਮੋਸਟ ਮਤਲਬ 1.8 ਮਿਲੀਅਨ ਐਪਲੀਕੇਸ਼ਨਸ ਪੈਂਡੈਂਸੀ। ਔਰ ਜੁਲਾਈ ਦੇ ਵਿੱਚ ਇਹਨਾਂ ਕੋਲ ਅਗੇਨ 3.5 ਲੱਖ ਐਪਲੀਕੇਸ਼ਨਸ ਆਈਆਂ ਨੇ। ਸੋ ਜੂਨ ਤੱਕ ਇਹਨਾਂ ਦੇ ਕੋਲ 14.5 ਲੱਖ ਐਪਲੀਕੇਸ਼ਨ ਸੀਗੀਆਂ। ਰਾਈਟ। ਸੋ ਤੁਸੀਂ ਵੇਖੋ ਇੱਕ ਬਹੁਤ ਵੱਡੀ ਜਿਹੜੀ ਐਪਲੀਕੇਸ਼ਨ ਦੀ ਤਾਦਾਦ ਹੈ ਉਹ ਕੈਨੇਡਾ ਦਾ ਬੈਕਲੌਗ ਬਣ ਗਿਆ। ਔਰ ਇਸੇ ਕਰਕੇ ਹੀ ਤੁਸੀਂ ਵੇਖੋ ਕੈਨੇਡਾ ਦੇ ਜਿਹੜੀ ਇਮੀਗ੍ਰੇਸ਼ਨ ਮਿਨਿਸਟਰ ਉਹਨਾਂ ਨੂੰ ਵੀ ਚੇਂਜ ਹੋਣਾ ਪਿਆ। ਰਾਈਟ। ਸੋ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਕੁਐਸਚਨ ਕਰਦੀ ਹੈ ਕਿ ਕੈਨੇਡਾ ਨੇ ਇੱਕ ਬਹੁਤ ਤਕੜੀ ਸਾਖ ਬਣਾਈ ਹੈ, ਕੈਨੇਡਾ ਇੱਕ ਇਮੀਗ੍ਰੇਸ਼ਨ ਕੰਟਰੀ ਵਜੋਂ ਐਸਟੈਬਲਿਸ਼ ਹੋਣ ਲਈ ਬਹੁਤ ਤਕੜੀ ਸਾਖ ਬਣਾਈ ਹੈ। ਸੋ ਇਹ ਸਾਖ ਦੇ ਉੱਪਰ ਵੱਟਾ ਆ ਹੁਣ, ਇਹ ਸਾਖ ਗਵਾਚਣ ਵਾਲੀ ਹੈ, ਬਿਕੋਜ਼ ਅਸੀਂ ਜਿਹੜੀ ਸਾਡੀ ਸਪੌਂਟੇਨੀਅਸ ਜਿਹੜੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਦੀ ਪ੍ਰਕਿਰਿਆ ਸੀ, ਅਸੀਂ ਉਹ ਆਪਣੀ ਜਿਹੜੀ ਕ੍ਰੈਡੀਬਿਲਿਟੀ ਗਵਾ ਰਹੇ ਹਾਂ। ਸੋ ਮਿਨਿਸਟਰ ਚੇਂਜ ਹੋਇਆ, ਉਸ ਤੋਂ ਬਾਅਦ ਆਪੋਜੀਸ਼ਨ ਨੇ ਸਵਾਲ ਕੀਤੇ। ਆਪੋਜੀਸ਼ਨ ਸਵਾਲ ਦੇ ਨਾਲ ਸੁਜੈਸਟ ਕੀਤਾ ਕਿ ਜੋ ਗਵਰਨਮੈਂਟ ਦੀ ਅਗਰ ਜਿਹੜੀ ਇਮੀਗ੍ਰੇਸ਼ਨ ਰਿਫਾਰਮਸ ਨੂੰ ਅਗਰ ਤੁਸੀਂ ਰੀਸਟਰਕਚਰ ਕਰੋਗੇ
ਤੇ ਇਹਨੂੰ ਸਾਰਾ ਬੈਕਲੌਗ ਕਲੀਅਰ ਕਰਦਿਆਂ ਤੁਹਾਨੂੰ 3 ਸਾਲ ਲੱਗਣਗੇ। ਇੱਕ ਹੋਰ ਅਪੋਜੀਸ਼ਨ ਮਿਨਿਸਟਰ ਨੇ ਉੱਥੇ ਆਪਣਾ ਜਵਾਬ ਦਾਖਲ ਕੀਤਾ, ਉਹਨਾਂ ਦੇ ਅਕੋਰਡਿੰਗ ਇਹ ਸਾਰੇ ਚੀਜ਼ਾਂ ਨੂੰ ਕਲੀਨ ਅਪ ਹੁੰਦਿਆਂ 5 ਸਾਲ ਦਾ ਸਮਾਂ ਲੱਗੇਗਾ। ਔਰ ਇਹਦਾ ਖਮਿਆਜਾ ਸਭ ਤੋਂ ਵੱਧ ਭੁਗਤਣਾ ਪੈ ਰਿਹਾ ਸਟੂਡੈਂਟਸ ਨੂੰ, ਕਿਉਂਕਿ ਸਟੂਡੈਂਟਸ ਪਿਛਲੇ ਲਗਭਗ ਜਨਵਰੀ 20 ਤੋਂ ਐਪਲੀਕੇਸ਼ਨਸ ਲਾ ਕੇ ਬੈਠੇ ਨੇ। ਸੋ ਉਸ ਤੋਂ ਬਾਅਦ ਮਈ ਦੇ ਵਿੱਚ ਲਾਕਡਾਊਨ ਹੋ ਗਿਆ, ਮਾਰਚ ਵਿੱਚ ਲਾਕਡਾਊਨ ਹੋ ਗਿਆ, ਮਈ ਦੀਆਂ ਐਪਲੀਕੇਸ਼ਨਸ ਖਤਮ ਹੋ ਗਈਆਂ। ਸੋ ਮਈ ਵਾਲੀਆਂ ਡੈਫਰ ਹੋ ਕੇ ਸਪਟੰਬਰ ਚ ਆਈਆਂ। ਸਪਟੰਬਰ ਦੇ ਵਿੱਚ ਵੀ ਬਹੁਤ ਜ਼ਿਆਦਾ ਕੁਝ ਨਹੀਂ ਨਿਕਲ ਸਕਿਆ ਬਿਕੋਜ਼ ਬੈਕਲੌਗ ਬਹੁਤ ਜ਼ਿਆਦਾ ਸੀ। ਉਹੀ ਬੈਕਲੌਗ ਸਾਰਾ ਚੱਕ ਕੇ ਜਨਵਰੀ ਦੇ ਵਿੱਚ ਆ ਗਿਆ। ਔਰ ਇਸ ਬੈਕਲੌਗ ਕਰਕੇ ਕੈਨੇਡਾ ਜਿਹੜਾ ਪੁਰਾਣਾ ਫਾਰਮੂਲਾ ਬਣਿਆ ਸੀ 12-6-18 ਵਾਲਾ, ਕਿ 12 ਪੜਿਆ 6 ਬੈਂਡ ਵਾਲਾ 18 ਸਾਲ ਦਾ ਬੱਚਾ ਕੈਨੇਡਾ ਦੀ ਪਹਿਲੀ ਪਸੰਦ ਸੀ। ਸੋ ਉਹ ਇਦਾਂ ਦਾ ਸਮਾਂ ਆ ਗਿਆ ਕਿ ਇਸ ਸਮੇਂ ਵਿੱਚ 7 ਬੈਂਡ ਵਾਲੇ ਵੀ ਰਿਫਿਊਜ਼ ਹੋ ਰਹੇ ਨੇ। ਸੋ ਸਟੂਡੈਂਟਸ ਲਈ ਜਿਹੜਾ ਇੱਕ ਆਟੋਮੇਸ਼ਨ ਬਣੀ ਹੋਈ ਸੀ ਕਿ ਜਿਹਦੇ ਨਾਲ ਹਰ ਇੱਕ ਚੀਜ਼ ਇੱਕ, ਮੈਂ ਦੱਸਿਆ ਨਾ ਕਿ ਕੈਨੇਡਾ ਆਟੋਮੈਟਿਕ ਵੀਜ਼ਾ ਪ੍ਰਣਾਲੀ ਵਾਂਗੂ ਸੀਗਾ। ਸੋ ਉਹ ਜਿਹੜੀ ਆਟੋਮੇਸ਼ਨ ਦੇ ਉੱਪਰ ਇੱਕ ਬ੍ਰੇਕ ਲੱਗੀ ਆ। ਔਰ ਕੈਨੇਡਾ ਦੀ ਜਿਹੜੀ ਈਵਨ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹ ਵੀ ਰਿਸਪੌਂਸਿਬਲ ਹੈ। ਔਰ ਉਹ ਰਿਸਪੌਂਸਿਬਲ ਹੈ ਹਰ ਚੀਜ਼ ਦੀ ਕੈਲਕੂਲੇਸ਼ਨ ਨੂੰ, ਹਰ ਚੀਜ਼ ਲਈ ਜਵਾਬਦੇਹ ਹੈ। ਸੋ ਸਾਡੇ ਵਾਂਗੂ ਤੁਸੀਂ ਹੱਥ ਖੜੇ ਕਰਕੇ ਨਹੀਂ ਕਹਿ ਸਕਦੇ ਕਿ ਅਸੀਂ ਨਹੀਂ ਮੰਨਦੇ ਜੀ, ਤੁਸੀਂ ਜੋ ਕਰਨਾ ਕਰ ਲਓ। ਸੋ ਡਿਪਾਰਟਮੈਂਟਲ ਜਿਹੜੀ ਜ਼ਿੰਮੇਵਾਰੀ ਆ ਉਹ ਪੂਰੀ ਹੈ। ਸੋ ਆਬਵੀਅਸਲੀ ਕੈਨੇਡਾ ਹੁਣ ਰਿਫਾਰਮਸ ਦੀ ਤਿਆਰੀ ਵਿੱਚ ਆ। ਔਰ ਕਿਉਂਕਿ ਕੈਨੇਡਾ ਨੇ ਪਿੱਛੇ ਵੀ 21, 22, 23 3 ਸਾਲਾਂ ਦੇ ਵਿੱਚ ਵੀ 1.2 ਮਿਲੀਅਨ ਜਿਹੜੇ ਇਮੀਗ੍ਰੈਂਟਸ ਉਹ ਸੱਦਣ ਦਾ ਦਾਅਵਾ ਕੀਤਾ ਸੀ, ਔਰ ਇਸ ਸਾਲ ਉਹਨਾਂ ਨੇ ਸੱਦੇ ਵੀ ਆ। ਅਗਲੇ ਸਾਲ ਫਿਰ 4 ਲੱਖ ਤੋਂ ਉੱਪਰ ਐਪਲੀਕੈਂਟਸ ਜਿਹੜੇ ਉਹਨਾਂ ਨੇ ਲੈਣੇ ਨੇ। ਔਰ ਉਸ ਤੋਂ ਬਾਅਦ 23 ਦੇ ਵਿੱਚ ਵੀ ਉਹਨਾਂ ਨੇ 4 ਲੱਖ ਇਮੀਗ੍ਰੈਂਟਸ ਨੂੰ ਫਿਰ ਵੀਜ਼ਾ ਮਤਲਬ ਉਹਨਾਂ ਨੇ ਆਪਣੇ ਸਿਸਟਮ ਦੇ ਵਿੱਚ ਲੈਣਾ ਹੈ। ਸੋ ਕੈਨੇਡਾ ਦੀਆਂ ਇਮੀਗ੍ਰੇਸ਼ਨ ਜ਼ਰੂਰਤਾਂ ਬਹੁਤ ਵੱਡੀਆਂ ਨੇ, ਪਰ ਇੱਥੇ ਵਾਕਿਆ ਰਿਫਾਰਮਸ ਦੀ ਲੋੜ ਹੈ ਤਾਂ ਕਿ ਜਿਹੜਾ ਬੈਕਲੌਗ ਉਹ ਕਲੀਅਰ ਹੋ ਸਕੇ। ਔਰ ਮੇਰੇ ਅਕੋਰਡਿੰਗ ਬਿਕੋਜ਼ ਇਹ ਜਿਹੜਾ ਅਪੋਜੀਸ਼ਨ ਦਾ ਫੈਸਲਾ ਸੀ, ਇੱਕ ਗਵਰਨਮੈਂਟ ਦਾ ਫੈਸਲਾ ਸੀ। ਸੋ ਐਜ਼ ਅ ਇਮੀਗ੍ਰੇਸ਼ਨ ਕੰਸਲਟੈਂਟ, ਸੋ ਮੇਰਾ ਮੰਨਣਾ ਇਹ ਹੈ ਕਿ ਸਾਨੂੰ ਸਪਟੰਬਰ ਤੋਂ ਬਾਅਦ ਜਿਹੜਾ ਹੁਣ ਦਾ ਸਮਾਂ ਚੱਲ ਰਿਹਾ ਜਨ ਤੋਂ ਬਾਅਦ ਮਈ ਤੋਂ ਬਾਅਦ ਸਪਟੰਬਰ ਤੱਕ ਦਾ ਸਮਾਂ ਲੱਗੇਗਾ ਕਮ ਸੇ ਕਮ ਸਟੂਡੈਂਟਸ ਨੂੰ ਸਟ੍ਰੀਮਲਾਈਨ ਹੁੰਦੇ ਆ, ਸਾਰਾ ਕੁਝ ਆਟੋਮੈਟਿਕ ਹੁੰਦੇ ਆ। ਔਰ ਸਪਟੰਬਰ ਦੀਆਂ ਐਪਲੀਕੇਸ਼ਨਸ ਹੋ ਸਕਦਾ ਕਿ ਸਟੂਡੈਂਟਸ ਨੂੰ ਆਰਾਮ ਨਾਲ ਵੀਜ਼ਾਸ ਮਿਲ ਜਾਣ। ਔਰ ਜਿਹੜੀਆਂ ਹੁਣ ਐਪਲੀਕੇਸ਼ਨਸ ਜਮ੍ਹਾਂ ਨੇ ਉਹਨਾਂ ਦੇ ਉੱਪਰ ਵੀ ਇੱਕ ਬਹੁਤ ਵੱਡਾ ਮਸਲਾ ਹੈ ਕਿ ਉਹਨਾਂ ਦੇ ਰਿਜ਼ਲਟ ਕਦੋਂ ਤੱਕ ਆਉਣਗੇ। ਕਿਉਂਕਿ ਕੈਨੇਡਾ ਨੇ ਇਹ ਕਹਿਤਾ ਕਿ ਜਿਹੜੀਆਂ ਐਪਲੀਕੇਸ਼ਨ ਸਾਡੇ ਕੋਲ ਨਵੰਬਰ ਤੋਂ ਪਹਿਲਾਂ ਜਮ੍ਹਾਂ ਹੋ ਗਈਆਂ ਉਹਨਾਂ ਉੱਪਰ ਤੇ ਅਸੀਂ 31 ਦਸੰਬਰ ਤੱਕ ਫੈਸਲੇ ਦੇ ਸਕਦੇ ਹਾਂ, ਯਾਨੀ ਕਿ ਉਹ ਜਨਵਰੀ ਵਿੱਚ ਜਾ ਕੇ ਪੜ੍ਹ ਸਕਦੇ ਨੇ। ਪਰ ਜਿਹੜੀਆਂ ਸਾਡੇ ਕੋਲ ਨਵੰਬਰ ਦੇ ਵਿੱਚ ਐਪਲੀਕੇਸ਼ਨਸ ਆਉਣਗੀਆਂ ਉਹਨਾਂ ਉੱਪਰ ਅਸੀਂ ਜਨਵਰੀ ਲਈ ਫੈਸਲੇ ਨਹੀਂ ਦੇ ਸਕਾਂਗੇ। ਜਦਕਿ ਜਿਹੜਾ ਕੈਲਕੂਲੇਟਿਵ ਪੁਰਾਣਾ ਫਾਰਮੂਲਾ ਸੀ ਉਹ 30 ਨਵੰਬਰ ਹੁੰਦਾ ਸੀ ਲਾਸਟ ਡੇਟ ਐਪਲੀਕੇਸ਼ਨ ਫਾਈਲ ਕਰਨ ਦੀ। ਸੋ ਇਹਨਾਂ ਨੇ 1 ਮਹੀਨਾ ਹੀ ਵਿੱਚੋਂ ਐਪਲੀਕੇਸ਼ਨ ਦਾ ਉਡਾ ਦਿੱਤਾ ਹੈ। ਸੋ ਕੈਨੇਡਾ 'ਚ ਇੱਦਾਂ ਦੀਆਂ ਕੁਛ ਇੱਕ ਨਵੀਂ ਕੈਨੇਡਾ 'ਚ ਅਪਡੇਸ਼ਨ ਹੋ ਰਹੀ ਹੈ। ਇੱਕ ਕਿ ਪਹਿਲਾਂ ਸਟੂਡੈਂਟਸ ਨੂੰ ਐਨਕਰੇਜ ਕੀਤਾ ਜਾਂਦਾ ਸੀ ਕਿ ਤੁਸੀਂ ਆਨਲਾਈਨ ਪੜ੍ਹਾਈ ਕਰ ਲਓ। ਸੋ ਤੁਸੀਂ ਅਗਰ ਆਨਲਾਈਨ ਪੜ੍ਹਾਈ ਕਰਦੇ ਹੋ ਤੇ ਤੁਹਾਨੂੰ ਉਹਦੇ ਮਾਰਕਸ ਇਕੁਇਲੈਂਟ ਮਿਲਦੇ ਸੀਗੇ ਤੁਹਾਡੇ ਵਰਕ ਪਰਮਿਟ ਦੇ ਵਿੱਚ। ਸੋ ਤੁਸੀਂ ਜਿਹੜਾ ਕੈਨੇਡਾ 'ਚ ਇਮੀਗ੍ਰੇਸ਼ਨ ਹਾਸਲ ਕਰਨ ਲਈ ਤੁਹਾਨੂੰ ਵਰਕ ਪਰਮਿਟ ਮਿਲਦਾ ਸੀ, ਸੋ ਤੁਹਾਨੂੰ ਉਹ 'ਚ ਪੂਰਾ ਸਮਾਂ ਗਿਣਿਆ ਜਾਂਦਾ ਸੀ ਕਿ ਤੁਸੀਂ 2 ਸਾਲ ਪੜ੍ਹਨਾ ਹੈ, 3 ਸਾਲ ਦਾ ਵਰਕ ਪਰਮਿਟ ਹੈ। 2 ਸਾਲ ਦੇ ਵਿੱਚੋਂ 1 ਸਾਲ ਤੁਸੀਂ ਘਰ ਬੈਠੇ ਇੰਡੀਆ ਬੈਠੇ ਉੱਥੇ ਬੈਠੇ ਆਨਲਾਈਨ ਪੜ੍ਹ ਲਿਆ, ਉਹ ਤਾਂ ਵੀ ਬਰਾਬਰ ਮੰਨਦੇ ਸੀ। ਸੋ 31 ਦਸੰਬਰ ਤੋਂ ਬਾਅਦ ਨਵਾਂ ਕਾਨੂੰਨ ਆ ਗਿਆ ਕਿ ਤੁਹਾਡੀ ਆਨਲਾਈਨ ਪੜ੍ਹਾਈ ਮੰਨੀ ਨਹੀਂ ਜਾਏਗੀ। ਸੋ ਹੁਣ ਫਿਜ਼ੀਕਲ ਕਲਾਸਿਸ ਹੀ ਹੋਣਗੀਆਂ। ਸੋ ਸਟੂਡੈਂਟਸ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਥੋੜਾ ਬਹੁਤ ਮਤਲਬ ਹੈਗੀ ਹਾਲੇ ਸਸਪੈਂਸ ਹੈਗਾ। ਸੋ ਕਲੀਅਰ ਅਪ ਹੁੰਦਿਆਂ ਜਿੱਦਾਂ ਮੈਂ ਕਿਹਾ ਕਿ ਸੈਪਟੰਬਰ ਤੋਂ ਬਾਅਦ ਜਾ ਕੇ ਕਲੈਰਿਟੀ ਬਹੁਤ ਜ਼ਿਆਦਾ ਆਏਗੀ। ਸੋ ਤਦ ਤੱਕ ਸਟੂਡੈਂਟ ਨੂੰ ਥੋੜਾ ਬਹੁਤ ਭੁਗਤਣਾ ਹੀ ਪਏਗਾ। ਸੋ ਇੱਕ ਪਰਸਨਲ ਕੁਐਸਚਨ ਹੈ ਕਿ ਆਫਿਸ ਦੇ ਵਿੱਚ ਜਦੋਂ ਤੁਹਾਨੂੰ ਫੋਨ ਆਉਂਦਾ ਕਿਸੇ ਸਟੂਡੈਂਟ ਦਾ, ਉਹਦਾ ਕੀ ਸਵਾਲ ਹੁੰਦਾ ਤੇ ਤੁਸੀਂ ਉਹਨੂੰ ਸੈਟੀਸਫਾਈ ਕਿਵੇਂ ਕਰਦੇ ਹੋ? ਸੋ ਮੈਂ ਕਾਫੀ ਲਾਈਵ ਸੈਸ਼ਨਸ ਕਰਦਾ ਜਿਹੜੇ ਇਸ ਸਮੇਂ ਦੇ ਵਿੱਚ। ਔਰ ਜਿੰਨੇ ਕੁ ਵੀ ਸੈਸ਼ਨ ਦੇ ਵਿੱਚ ਇੱਕ ਮੇਜਰ ਕੁਐਸਚਨ ਜਿਹੜਾ ਸਟੂਡੈਂਟਸ ਕੋਲ ਉਹ ਹੁੰਦਾ ਕਿ ਮੇਰੀ ਇੰਨੀ ਤਰੀਕ ਨੂੰ ਫਾਈਲ ਲੱਗੀ ਸੀ, ਇੰਨੀ ਤਰੀਕ ਨੂੰ ਮੇਰਾ ਬਾਇਓਮੈਟ੍ਰਿਕ ਅਪਡੇਟ ਹੋਇਆ ਸੀ, ਇੰਨੀ ਤਰੀਕ ਨੂੰ ਮੇਰੀ ਬਾਇਓਮੈਟ੍ਰਿਕ ਦੀ ਵੈਲਿਡਿਟੀ ਲੈਟਰ ਆਈ ਸੀ, ਇੰਨੀ ਤਰੀਕ ਨੂੰ ਮੇਰਾ ਜਿਹੜਾ ਮੈਡੀਕਲ ਅਪਡੇਟ ਹੋਇਆ ਸੀ। ਸੋ ਸਟੂਡੈਂਟਸ ਨੂੰ ਟਾਈਮ ਲਾਈਨ ਬੋਲਦੇ ਨੇ। ਸੋ ਬਹੁਤ ਸਾਰੇ ਨਵੇਂ ਅੱਖਰ ਸਟੂਡੈਂਟਸ ਨੇ ਬਣਾ ਲਏ ਨੇ। ਪੀਪੀਆਰ ਬੋਲਦੇ ਨੇ ਪਾਸਪੋਰਟ ਰਿਕੁਐਸਟ ਨੂੰ। ਮਤਲਬ ਸਵਾਲ ਹੁੰਦੇ ਮੇਰੀ ਪੀਪੀਆਰ ਕਦੋਂ ਆਏਗੀ ਜੀ, ਸੋ ਮੇਰੀ BVL ਕਦੋਂ ਆਏਗੀ, ਮਤਲਬ ਮੇਰੀ ਬਾਇਓਮੈਟ੍ਰਿਕ ਦੀ ਵੈਲਿਡਿਟੀ ਲੈਟਰ ਕਦੋਂ ਆਏਗੀ। ਸੋ ਇਹ ਟਾਈਮ ਲਾਈਨ ਦੇ ਅਕੋਰਡਿੰਗ ਕੁਐਸਚਨ ਪੁੱਛਦੇ ਨੇ ਜੀ ਮੇਰੀ ਇੰਨੀ ਤਰੀਕ ਨੂੰ ਸਬਮਿਟ ਹੋਇਆ ਸੀ ਤੇ ਮੇਰਾ ਇਹ ਕਦੋਂ ਇਹਦਾ ਫੈਸਲਾ ਕਦੋਂ ਆਏਗਾ, ਮੇਰਾ ਪਾਸਪੋਰਟ ਦੀ ਰਿਕੁਐਸਟ ਕਦੋਂ ਆਏਗੀ। ਔਰ ਜੇ ਤੁਸੀਂ ਪੁੱਛਿਆ ਮੈਂ ਥੋੜੀ ਟਾਈਮ ਲਾਈਨ ਮੈਂ ਦੁਹਰਾ ਵੀ ਦਿੰਦਾ। ਸੋ ਜਿਹੜੇ ਸਟੂਡੈਂਟਸ ਦੇ ਜਿਹੜੇ ਐਪਲੀਕੇਸ਼ਨਸ ਆ ਉਹ ਅਕਤੂਬਰ ਮਿਡ ਤੋਂ ਪਹਿਲਾਂ ਲੱਗੀਆਂ ਨੇ, ਸੋ ਉਹਨਾਂ ਦੇ ਦਸੰਬਰ ਮਿਡ ਤੱਕ PPR ਆ ਜਾਣਗੇ ਜਾਂ ਪਾਸਪੋਰਟ ਦੀ ਰਿਕੁਐਸਟ ਆ ਜਾਣੀ ਆ। ਸੋ ਜਿਨ੍ਹਾਂ ਦੇ ਉਸ ਤੋਂ ਬਾਅਦ ਅਕਤੂਬਰ ਐਂਡ ਤੱਕ ਜਿਹੜੇ ਵੀਜ਼ਾਸ ਲੱਗੇ ਨੇ, ਉਹ ਜਿਹੜੇ ਬਾਇਓਮੈਟ੍ਰਿਕ ਸਬਮਿਟ ਹੋਏ ਆ,
ਉਹਨਾਂ ਦੇ 31 ਦਸੰਬਰ ਤੱਕ ਵੀਜ਼ਾਸ ਆਉਣ ਦੀ ਉਮੀਦ ਹੈ। ਰਾਈਟ। ਸੋ ਜਿਹੜੀਆਂ ਉਸ ਤੋਂ ਅਗਲੀਆਂ ਐਪਲੀਕੇਸ਼ਨਸ ਆ ਉਹਨਾਂ ਬਾਰੇ ਹਾਲੇ ਕੁਝ ਵੀ ਕਹਿਣਾ ਮਤਲਬ ਠੀਕ ਨਹੀਂ ਹੈਗਾ। ਮੈਚੁਰ ਨਹੀਂ ਹੈ। ਹਾਂ, ਬਿਕੋਜ਼ ਉਹਨੂੰ ਅਸੀਂ ਐਂਡੋਰਸ ਨਹੀਂ ਹਾਲੇ ਕਰ ਸਕਦੇ, ਬਿਕੋਜ਼ ਜਿੰਨੀ ਕੁ ਵੀ ਕੈਲਕੂਲੇਸ਼ਨ ਹੈ ਇਹ ਸਾਡੀਆਂ ਐਪਲੀਕੇਸ਼ਨਸ ਦੇ ਅਕੋਰਡਿੰਗ ਸਾਡਾ ਆਪਣਾ ਜਿਹੜੀਆਂ ਟਾਈਮਲਾਈਨਸ ਵੀ ਅਸੀਂ ਦੱਸਦੇ ਹਾਂ। ਸੋ ਇੱਕ ਆਪਣੇ ਬਿਕੋਜ਼ ਵੀ ਵਰਕ ਇਨ ਦਿਸ ਟ੍ਰੇਡ, ਸੋ ਸਾਨੂੰ ਇਹਦਾ ਜ਼ਿਆਦਾ ਪਤਾ ਆ। ਇੱਕ ਜਿਹੜੀਆਂ ਅਸੀਂ ਹੱਥੀਂ ਐਪਲੀਕੇਸ਼ਨਸ ਬਹੁਤ ਕੱਢਦੇ ਹਾਂ, ਸੋ ਜਿੰਨੀਆਂ ਐਪਲੀਕੇਸ਼ਨਸ ਤੋਂ ਜੋ ਰਿਜ਼ਲਟਸ ਆਉਂਦੇ ਨੇ ਉਹਦੇ ਅਕੋਰਡਿੰਗ ਅਸੀਂ ਟ੍ਰੈਂਡਸ ਦੇ ਅਕੋਰਡਿੰਗ ਤਾਂ ਸਟੂਡੈਂਟ ਨਾਲ ਲਗਾਤਾਰ ਇਹ ਜਾਣਕਾਰੀ ਦਿੰਦੇ ਰਹਿੰਦੇ ਹਾਂ। ਬਹੁਤ ਵਧੀਆ ਹੈ, ਕਿਉਂਕਿ ਇਸ ਵਕਤ ਉਹਨਾਂ ਨੂੰ ਕਾਉਂਸਲਿੰਗ ਦੀ ਵੀ ਲੋੜ ਹੈ ਜੋ ਤੁਸੀਂ ਦੇ ਰਹੇ ਹੋ। ਵੈਰੀ ਨਾਈਸ। ਸੋ ਇੱਕ ਚੀਜ਼ ਹੈ ਜੋ ਅਸੀਂ ਸਭ ਜਾਣਨਾ ਚਾਹੁੰਦੇ ਹਾਂ ਕਿ ਬਾਹਰ ਜਾਂਦੇ ਨੇ ਪੜ੍ਹਨ ਵਾਸਤੇ, ਅਮਰੀਕਾ ਗਏ ਨੇ, ਬਾਹਰ ਗਏ ਨੇ, ਕੈਨੇਡਾ ਗਏ ਨੇ, ਹੋਰ ਵੀ ਕਈ ਕੰਟਰੀਜ਼ ਨੇ ਜਿੱਥੇ ਜਾਣਾ ਪਸੰਦ ਕਰਦੇ ਨੇ। ਜੀ ਜੀ। ਵਾਟਸ देयर ਫਿਊਚਰ? ਉਸ ਤੋਂ ਬਾਅਦ ਹੁੰਦਾ ਕੀ ਹੈ, ਉਹਨਾਂ ਦੀ ਜ਼ਿੰਦਗੀ ਦਾ ਬਣਦਾ ਕੀ ਹੈ? ਵਾਟ ਅਬਾਊਟ देयर ਜੌਬ, ਬਿਜ਼ਨਸ, ਪ੍ਰੋਫੈਸ਼ਨ? ਕੀ ਪੈਕੇਜ ਮਿਲਦਾ ਹੈ ਉਹਨਾਂ ਨੂੰ? ਟੋਟਲ ਸੈਲਰੀਜ਼ ਕੀ ਹੁੰਦੀਆਂ ਨੇ? ਦੇਖੋ ਸਰ, ਇਹ 'ਚ ਤੇ ਕੋਈ ਦੂਸਰੀ ਰਾਏ ਨਹੀਂ ਆ ਕਿ ਉਹਨਾਂ ਦੀ ਫਾਈਨੈਂਸ਼ੀਅਲ ਸਟੇਬਿਲਿਟੀ ਬਹੁਤ ਜ਼ਬਰਦਸਤ ਹੈ। ਕਿਉਂਕਿ ਬੈਕ ਹੋਮ ਅਗਰ ਅਸੀਂ ਇੱਥੇ ਸੋਚੀਏ, ਤੁਸੀਂ ਮਤਲਬ ਸਾਡੇ ਕੋਲ ਲਾਸਟ ਵੀਕ ਵੀ ਹੈਡ ਅ ਵੀਜ਼ਾ, ਲਾਈਕ ਮੈਨੂੰ ਕਿਸੇ ਮਦਰ ਦੀ ਕਾਲ ਆਈ ਕਿ ਮੇਰੇ ਬੱਚੇ ਨੇ BDS ਕੀਤੀ ਹੈ ਤੇ ਮੈਂ ਕੋਈ ਇਦਾਂ ਦਾ ਪ੍ਰੋਗਰਾਮ ਦੋ ਜੀ ਕੈਨੇਡਾ 'ਚ ਉਹ ਟਰਾਲਾ ਜਾ ਕੇ ਸੌਖਾ ਚਲਾ ਸਕੇ ਵੀ ਉਹਨੂੰ। ਮਤਲਬ ਤੁਸੀਂ ਇਹ ਸੋਚੋ ਕਿ ਸਾਡੇ ਇੱਕ ਡੈਂਟਲ ਸਰਜਨਸ ਨੇ ਵੀ ਸਵਾਲ ਕਿਦਾਂ ਦਾ ਆ ਰਿਹਾ। ਸੋ ਕੱਲ ਇੱਕ ਸਾਡੇ ਕੋਲ ਵੀਜ਼ਾ ਆਇਆ, ਗਾਇਨਾਕੋਲੋਜਿਸਟ ਸੀਗੀ ਲੜਕੀ, ਲਾਈਕ MBBS ਕਰੀ ਹੈ। ਉਸ ਤੋਂ ਬਾਅਦ ਲਾਈਕ ਮਾਸਟਰਜ਼ ਇਨ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨੂੰ ਵੀਜ਼ਾ ਮਿਲਿਆ ਆ। ਸੋ ਲਾਈਕ ਜਿਹਨੂੰ ਅਸੀਂ ਇੱਕ ਸਮੇਂ ਦੇ ਉੱਪਰ ਹਾਈਐਸਟ ਪ੍ਰੋਫੈਸ਼ਨਸ ਗਿਣਦੇ ਸੀਗੇ, ਰਾਈਟ, ਉਹ ਵੀ ਅੱਜ ਤੁਹਾਡੀ ਆਤਮਾ ਦੀ ਸੰਤੁਸ਼ਟੀ ਨਹੀਂ ਕਰਾ ਪਾ ਰਹੇ। ਰਾਈਟ। ਸੋ ਉਹ ਵੀ ਤੁਹਾਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਸ ਜਾਂ ਉਹ ਮਾਨ ਸਨਮਾਨ ਜਾਂ ਉਹ ਫਾਈਨੈਂਸ਼ੀਅਲ ਸਟੇਬਿਲਿਟੀ ਜਾਂ ਉਹ ਸੋਸ਼ਲ ਸਿਕਿਉਰਿਟੀ ਤੇ ਇੱਕ ਐਸਾ ਅੱਖਰ ਆ ਜੋ ਸਾਡੇ ਸਮਾਜ 'ਚ ਐਗਜ਼ਿਸਟ ਨਹੀਂ ਕਰਦਾ। ਸੋ ਸੋਸ਼ਲ ਸਿਕਿਉਰਿਟੀ ਅਗਰ ਇੱਥੇ ਆ ਜਾਵੇ ਤਾਂ ਫਿਰ ਵੀ ਅਸੀਂ ਕੁਛ ਨਾ ਕੁਛ ਬਿਹਤਰੀ ਦੀ ਉਮੀਦ ਕਰ ਸਕਦੇ ਹਾਂ। ਸੋ ਇਹ ਦੋ ਅੱਖਰ ਨੇ, ਔਰ ਸਦਕੇ ਜਾਈਏ ਇਹਨਾਂ ਮੁਲਕਾਂ ਦੇ ਕਿ ਇਹਨਾਂ ਸਾਡੇ ਬੱਚਿਆਂ ਤੇ ਸਿਰ ਤੇ ਬਹੁਤ ਵੱਡਾ ਹੱਥ ਰੱਖਿਆ ਆ। ਸਾਡੇ ਬੱਚਿਆਂ ਨੂੰ ਮਾਨ ਸਨਮਾਨ ਦਿੱਤਾ ਆ ਜੋ ਉਹ ਕੁਛ ਵੀ ਇੱਥੇ ਹਾਸਲ ਕਰਕੇ ਨਹੀਂ ਕਰ ਸਕੇ। ਬਿਕੋਜ਼ ਸਾਡੇ ਜਿਹੜੇ ਸਾਡੇ ਕੰਮਾਂ ਕਾਰਾਂ ਦਾ ਤਰੀਕਾ ਆ, ਅਗਰ ਤੁਸੀਂ ਐਂਟਰਪ੍ਰੇਨਿਅਰ ਤੁਸੀਂ ਇਕੱਲੇ ਕੁਛ ਨਹੀਂ ਹੋ ਸਕਦੇ। ਸੋ ਤੁਸੀਂ ਕਿਸੇ ਨਾ ਕਿਸੇ ਫੈਮਿਲੀ ਬਿਜ਼ਨਸ, ਕੋਈ ਖੇਤੀਬਾੜੀ 'ਚ, ਕੋਈ ਕਿਸੇ ਦੁਕਾਨ ਤੇ, ਸੋ ਕਿਸੇ ਨਾ ਕਿਸੇ ਰੂਪ 'ਚ ਅਗਰ ਤੁਸੀਂ ਇਨਵੋਲਵ ਵੀ ਹੈਗੇ ਹੋ ਤੇ ਸਾਡੀ ਸੁਸਾਇਟੀ ਦੀ ਸੈਟਅਪ ਇਦਾਂ ਦੀ ਆ ਕਿ ਅਸੀਂ ਬੱਚਿਆਂ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਸ ਨਹੀਂ ਹੋਣ ਦਿੰਦੇ। ਰਾਈਟ। ਸੋ ਬੱਚਾ ਬਾਪੂ ਦੇ ਅੰਡਰ ਕੰਮਕਾਰ ਕਰੇਗਾ, ਵਿਆਹ ਵੀ ਜਾਏਗਾ, ਬਟ ਫਿਰ ਵੀ ਅਸੀਂ ਉਹਦਾ ਉਹ ਮਾਨ ਸਨਮਾਨ ਨਹੀਂ ਬਹਾਲ ਕਰਦੇ। ਸੋ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਖਾਸੀਅਤ ਕੀ ਹੈ, ਸੋ ਜਿਹਨੂੰ ਕਿ ਮੈਂ ਬੜਾ ਪੋਜ਼ਿਟਿਵ ਮੰਨਦਾ ਹਾਂ, ਪੇਰੈਂਟਸ 14-15 ਸਾਲ ਦੇ ਬੱਚਿਆਂ ਨੂੰ ਘਰੋਂ ਕੱਢ ਦਿੰਦੇ ਆ। ਸੋ ਬੱਚੇ 7-8 ਸਾਲ ਧੱਕੇ ਖਾ ਕੇ ਤੁਸੀਂ ਦੇਖੋ 23-24 ਸਾਲ ਤੇ ਕਰੀਅਰ ਐਸਟੈਬਲਿਸ਼ ਕਰ ਲੈਂਦੇ ਨੇ। ਸੋ ਸਾਡੇ ਇੱਥੇ ਬੱਚੇ 30 ਸਾਲ ਤੇ ਧੱਕੇ ਖਾਣੇ ਸ਼ੁਰੂ ਕਰਦੇ ਆ, ਪਤਾ ਨਹੀਂ ਹੁੰਦਾ ਕਿ ਮੈਂ ਕਰੀਅਰ 'ਚ ਕਰਾਂ ਕੀ। ਬਿਕੋਜ਼ ਤੁਸੀਂ 24-25 ਸਾਲ ਤੱਕ ਪੜ੍ਹਦੇ ਹੋ, ਉਸ ਤੋਂ ਬਾਅਦ ਤੁਸੀਂ ਵੇਖਦੇ ਅੱਛਾ ਕੋਈ ਕਰਨਾ ਪੈਣਾ, ਫਿਰ ਤੁਸੀਂ ਕੋਈ ਨਾ ਕੋਈ ਕਰਨ ਨਿਕਲਦੇ ਹੋ, ਔਰ ਬਾਏ ਦਾ ਟਾਈਮ ਯੂ ਰਿਅਲਾਈਜ਼ ਤੁਸੀਂ 30 ਸਾਲ ਦੇ ਹੋ। ਔਰ ਜਿਹੜੇ ਕਰੀਅਰ ਐਸਟੈਬਲਿਸ਼ਮੈਂਟ ਆ ਸਾਡੀਆਂ 35-40 ਤੱਕ ਜਾ ਕੇ ਹੁੰਦੀਆਂ ਨੇ। ਸੋ ਇਹ ਉੱਥੇ ਤੁਹਾਡੇ ਕੋਲ 18 ਸਾਲ ਦਾ ਬੱਚਾ ਗਿਆ, ਉਹ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਕੇ ਉਹ ਮਾਨ ਸਨਮਾਨ ਹਾਸਲ ਕਰਕੇ ਔਰ ਉਹ ਇੱਕ ਲੋਕਲ ਨਾਗਰਿਕ ਵਾਂਗੂ ਵਿਦ ਫੁੱਲ ਸਿਟੀਜ਼ਨਸ ਕੰਮ ਕਰਨ ਲੱਗ ਪੈਂਦਾ ਹੈ। ਸੋ ਇਸ ਕਰਕੇ ਤੁਸੀਂ ਇਹਨਾਂ ਨੂੰ ਕੰਪੈਰੀਜ਼ਨ ਤੇ ਆਪਾਂ ਕਰ ਨਹੀਂ ਸਕਦੇ। ਸੋ ਇੱਕ ਹੋਰ ਸਮਾਂ ਸੀ ਇਸ ਤੋਂ ਪਹਿਲਾਂ ਕਿ ਸਾਡੀ ਜਿਹੜੀ ਪਹਿਲੀ ਪੀੜ੍ਹੀ ਆ, ਉਹ ਜਿੰਨੇ ਲੋਕ ਬਾਹਰ ਗਏ ਨੇ ਉਹ ਵਾਪਸ ਆਪਣੀਆਂ ਰੂਟਸ ਵੱਲ ਤੱਕਦੇ ਰਹੇ ਆ। ਲਾਈਕ ਗੈਟਿੰਗ ਬੈਕ ਟੂ ਰੂਟਸ ਉਹਨਾਂ ਲਈ ਬਹੁਤ ਕਾਮਨ ਸੀਗਾ ਕਿ ਇਸੇ ਕਰਕੇ ਉਹ ਕੁਛ ਨਾ ਕੁਛ ਇੱਥੇ ਰੁਝੇਵੇਂ ਲਾ ਕੇ ਰੱਖਦੇ ਸੀ, ਕੋਈ ਪ੍ਰਾਪਰਟੀਜ਼ ਲੈ ਕੇ ਰੱਖਦੇ ਸੀ। ਸੋ ਹੁਣ ਦੇ ਸਿਨੈਰੀਓ ਵਿੱਚ ਜਿਹੜੀ ਸਾਡੇ ਇੱਥੇ ਜਿਹੜੀ ਉਹ ਸੋਸ਼ਲ ਇਨਸਿਕਿਉਰਿਟੀ ਉਹ ਵੱਧ ਗਈ ਆ। ਸੋ ਅਸੀਂ ਸੋਸ਼ਲ ਸਿਕਿਉਰਿਟੀ ਦੀ ਗੱਲ ਕਰਦੇ ਸੀ, ਉਹ ਤਾਂ ਸਾਨੂੰ ਲੱਭੀ ਨਹੀਂ, ਸੋਸ਼ਲ ਇਨਸਿਕਿਉਰਿਟੀ ਗਰੋ ਕਰ ਗਈ, ਜਿਹਦਾ ਕਰਕੇ ਜਿਹੜੀਆਂ ਐਸਟੈਬਲਿਸ਼ਮੈਂਟਸ ਇੱਥੇ ਹੁੰਦੀਆਂ ਸੀ ਕਿਸੇ ਜ਼ਮਾਨੇ ਦੇ ਵਿੱਚ, ਉਹ ਵੀ ਹੁਣ ਤਕਰੀਬਨ ਬਾਹਰ ਦੇ ਰੁੱਖ ਤੇ ਹੀ ਆ। ਸੋ ਪਰਮਾਤਮਾ ਕਰੇ ਕਿ ਇਹਨਾਂ ਮੁਲਕਾਂ ਦਾ ਸਾਡੇ ਬੱਚਿਆਂ ਦੇ ਇਸੇ ਤਰੀਕੇ ਨਾਲ ਸਾਥ ਬਣਿਆ ਰਵੇ, ਔਰ ਇਹ ਮਾਨ ਸਨਮਾਨ ਜਦ ਤੱਕ ਇੱਥੇ ਲੋਕਲ ਪ੍ਰਦਾਨ ਨਹੀਂ ਹੁੰਦਾ ਤਦ ਤੱਕ ਉਹ ਸਾਨੂੰ ਦਿੰਦੇ ਰਹਿਣ। ਸੋ ਹੋਰ ਕਿਹੜੀਆਂ ਕੰਟਰੀਜ਼ ਨੇ ਅਮਰੀਕਾ ਤੇ ਕੈਨੇਡਾ ਤੋਂ ਇਲਾਵਾ ਜਿਹੜੀ ਇੱਕ ਅੱਛੀ ਡੈਸਟੀਨੇਸ਼ਨ ਹੋ ਸਕਦੀ ਹੈ ਸਟੂਡੈਂਟ ਵਾਸਤੇ? ਜਰਮਨੀ ਇੱਕ ਬਹੁਤ ਚੰਗਾ ਡੈਸਟੀਨੇਸ਼ਨ ਹੈ। ਜਰਮਨੀ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ, ਕਿਉਂਕਿ ਜਰਮਨ ਸੋਸ਼ਲ ਸਿਕਿਉਰਿਟੀ 'ਚ ਨੰਬਰ 1 ਆ ਪੂਰੀ ਦੁਨੀਆ ਦੇ ਵਿੱਚ, ਔਰ ਜਰਮਨ ਦੇ ਸੋਸ਼ਲ ਸਿਕਿਉਰਿਟੀ ਦੇ ਸਿਸਟਮ 'ਚ ਥੋੜ੍ਹੀਆਂ ਪ੍ਰੋਬਲਮਸ ਆਉਣ ਲੱਗ ਪਈਆਂ ਬਿਕੋਜ਼ ਜਿਹੜੀ ਏਜਡ ਲੋਕ ਨੇ ਉਹ ਜ਼ਿਆਦਾ ਹੋ ਗਏ। ਰਾਈਟ। ਸੋ ਯੰਗ ਸ਼ੋਲਡਰਸ ਘਟ ਗਏ। ਸੋ ਨਾਓ ਦੇ ਨੀਡ ਯੰਗ ਸ਼ੋਲਡਰਸ। ਸੋ ਇਸ ਕਰਕੇ ਉਹ ਬੱਚਿਆਂ ਦੀ ਐਜੂਕੇਸ਼ਨ ਦੇ ਉੱਪਰ ਪੱਲਿਓਂ ਪੈਸਾ ਖਰਚਦੇ ਨੇ। ਸੋ ਬਹੁਤ ਸਾਰੇ ਫ੍ਰੀ ਐਜੂਕੇਸ਼ਨ ਦੇ ਪ੍ਰੋਗਰਾਮ ਨੇ। ਸੋ ਜਰਮਨ ਦੇ ਵਿੱਚ ਅਗਰ ਸਟੂਡੈਂਟਸ ਨੇ ਜਾਣਾ ਚਾਹੋ, ਇਸ ਟਾਈਮ ਵਨ ਆਫ ਦਾ ਵੈਰੀ ਵੈਰੀ ਵੰਡਰਫੁਲ ਡੈਸਟੀਨੇਸ਼ਨਸ। ਸੋ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਜਰਮਨ ਤੁਹਾਨੂੰ ਮਹੀਨੇ ਦੇ ਵਿੱਚ ਵੀਜ਼ਾ ਦੇ ਕੇ, ਮਤਲਬ ਬਿਨਾਂ ਕਿਸੇ ਤਾਮਝਾਮ ਤੋਂ
ਵੀਜ਼ਾ ਦੇ ਕੇ ਤੁਹਾਨੂੰ ਉਹ ਫਾਈਨਲੀ ਇਹ ਕਰਦੇ ਨੇ ਕਿ ਤੁਸੀਂ ਜਰਮਨ 'ਚ ਐਸਟੈਬਲਿਸ਼ ਹੋ ਜਾਓ, Right. ਬਿਕੋਜ਼ ਵਰਕਿੰਗ ਰਾਈਟਸ ਪਹਿਲਾਂ ਨਹੀਂ ਹੁੰਦੇ ਸੀ, ਉਹ ਦੇਤੇ ਉਹਨਾਂ ਨੇ। ਉਸ ਤੋਂ ਬਾਅਦ ਵਰਕ ਪਰਮਿਟ ਨਹੀਂ ਹੁੰਦਾ ਸੀ। ਸੋ ਇਸ ਟਾਈਮ ਤੁਸੀਂ 1 ਸਾਲ ਦੀ ਡਿਗਰੀ ਕਰਦੇ ਹੋ, 1 ਸਾਲ ਦੀ ਡਿਗਰੀ ਤੋਂ ਬਾਅਦ 1.5 ਸਾਲ ਦਾ ਵਰਕ ਪਰਮਿਟ ਹੈ। ਸੋ ਜਰਮਨ ਦੇ ਵਿੱਚ ਜਿਹੜਾ ਕਿ ਪੱਕੇ ਹੋਣ 'ਚ ਤੁਹਾਨੂੰ ਬਹੁਤ ਹੈਲਪ ਕਰਦਾ ਹੈ। ਰਾਈਟ। ਦੂਸਰਾ ਡੈਸਟੀਨੇਸ਼ਨ ਸਾਡੇ ਕੋਲ ਇੰਗਲੈਂਡ ਆ ਗਿਆ, ਯੂਨਾਈਟਿਡ ਕਿੰਗਡਮ ਆ ਗਿਆ। ਯੂਕੇ ਨੇ ਕੀ ਕੀਤਾ, ਯੂਕੇ ਬੇਸਿਕਲੀ ਜਦੋਂ ਯੂਰਪੀਅਨ ਯੂਨੀਅਨ ਤੋਂ ਵੱਖਰਾ ਹੋਇਆ, ਯੂਕੇ ਦੀਆਂ ਜਿਹੜੀਆਂ ਲਾਈਕ ਵਰਕਰਸ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਕਾਫੀ ਵੱਧ ਗਈਆਂ, ਬਿਕੋਜ਼ ਪਹਿਲਾਂ ਬਹੁਤ ਸਾਰੇ ਯੂਰਪੀਅਨ ਕੰਟਰੀਜ਼ ਤੋਂ ਲਾਈਕ ਇਟਲੀ, ਜਰਮਨੀ, ਫਰਾਂਸ, ਹਾਲੈਂਡ, ਸਵੀਡਨ, ਲਗਜ਼ਮਬਰਗ, ਸਪੇਨ, ਪੁਰਤਗਾਲ, ਆਸਟਰੀਆ, ਔਰ ਦੈਨ ਜਿਹੜੇ ਛੋਟੇ ਕੰਟਰੀ ਸੀਗੇ ਜਿਹੜੇ ਈਸਟਰਨ ਯੂਰਪ ਦੇ ਨੇ, ਪੁਰਤਗਾਲ ਹੋ ਗਿਆ, ਲਾਈਕ ਬੇਲਾਰੂਸ ਹੋ ਗਿਆ। ਸੋ ਇਹ ਸਾਰੇ ਪਾਸਿਓਂ ਲੋਕ ਯੂਕੇ ਨੂੰ ਜਾਂਦੇ ਸੀ। ਸ਼ੋਰ। ਔਰ ਬਹੁਤ ਸਾਰੇ ਯੂਰਪੀਅਨ ਯੂਨੀਅਨ ਦੇ ਕੰਟਰੀਜ਼ ਨੂੰ ਉੱਥੇ ਜਾ ਕੇ ਵੀਜ਼ਾ ਦੀ ਲੋੜ ਨਹੀਂ ਪੈਂਦੀ ਸੀ। ਸੋ ਉੱਥੇ ਜਿਹੜਾ ਵੀ ਐਪਲੀਕੈਂਟ ਜਾਂਦਾ ਜਾ ਕੇ ਫ੍ਰੀਲੀ ਕੰਮ ਕਰ ਸਕਦਾ ਸੀ, ਪੈਸੇ ਲਿਆ ਸਕਦਾ ਸੀ। ਸੋ ਇਹ ਬਹੁਤ ਕਾਮਨ ਸੀ। ਰਾਈਟ। ਸੋ 31 ਦਸੰਬਰ 2020 ਨੂੰ ਯੂਕੇ ਨੇ ਫਾਈਨਲੀ ਬ੍ਰੈਗਜ਼ਿਟ ਕਰ ਲਿਆ ਕਿ ਦੇ ਹੈਡ ਅ ਬ੍ਰੇਕਅਪ ਵਿਦ ਯੂਰਪੀਅਨ ਯੂਨੀਅਨ। ਸੋ ਯੂਰਪੀਅਨ ਯੂਨੀਅਨ ਤੋਂ ਸਪਲਿਟ ਹੋਣ ਦਾ ਸਭ ਤੋਂ ਵੱਡਾ ਜਿਹੜਾ ਮੈਨ ਪਾਵਰ ਸਪਲਾਈ ਦੇ ਉੱਪਰ ਅਸਰ ਪਿਆ। ਔਰ ਅਗਰ ਤੁਸੀਂ 2 ਮਹੀਨੇ ਪਹਿਲਾਂ ਦੀ ਖਬਰ ਦੇਖੋਗੇ ਤਾਂ ਇੱਕ ਖਬਰ ਆਈ ਕਿ ਯੂਕੇ ਦੇ ਵਿੱਚ ਜਿਹੜੇ ਪੈਟਰੋਲ ਪੰਪ ਉਹ ਡਰਾਈ ਹੋ ਗਏ। ਮਤਲਬ ਪੈਟਰੋਲ ਪੰਪਾਂ ਦਾ ਤੇਲ ਮੁੱਕ ਗਿਆ। ਬਟ ਖਬਰ ਕੀ ਸੀ ਕਿ ਜਿਹੜੇ ਲੋਰੀ ਡਰਾਈਵਰ ਆ ਉਹ ਨਹੀਂ ਮਿਲ ਰਹੇ, ਸੋ ਤੇਲ ਦੀ ਢੋਆ ਢੁਆਈ ਨਹੀਂ ਹੋ ਰਹੀ। ਫਾਈਨਲੀ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਉਹਨੇ ਆਰਮੀ ਨੂੰ ਲਾਇਆ ਤੇਲ ਦੀ ਢੋਆ ਢੁਆਈ ਲਈ। ਸੋ ਤੁਸੀਂ ਇੱਥੋਂ ਜਿਹੜੇ ਮੈਨ ਪਾਵਰ ਕ੍ਰਾਈਸਿਸ ਦਾ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ। ਸੋ ਫਾਈਨਲੀ ਯੂਕੇ ਇੱਕ ਐਸਾ ਡੈਸਟੀਨੇਸ਼ਨ ਹੈ ਕਿ ਜਿਹਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟਸ ਦੀ ਲੋੜ ਹੈ, ਪਰ ਯੂਕੇ ਇਸ ਟਾਈਮ ਕੁਆਲਿਟੀ ਕੰਪਰੋਮਾਈਜ਼ ਨਹੀਂ ਕਰ ਰਿਹਾ। ਸੋ ਯੂਕੇ 6 ਬੈਂਡ ਤੋਂ ਥੱਲੇ ਵਾਲੇ ਸਟੂਡੈਂਟਸ ਨੂੰ ਨਹੀਂ ਲੈ ਰਿਹਾ, ਜਾਂ ਸਟੂਡੈਂਟਸ ਜਿਨ੍ਹਾਂ ਦੇ ਕਮ ਸੇ ਕਮ +2 70% ਇੰਗਲਿਸ਼ ਦੇ ਮਾਰਕਸ ਨੇ, ਜਿਹੜੇ ਇੰਗਲਿਸ਼ ਬੋਲ ਸਕਦੇ ਨੇ, ਸਿਰਫ ਇਹ ਮਤਲਬ ਕੈਟਾਗਰੀਜ਼ ਨੇ ਜਿਨ੍ਹਾਂ ਨੂੰ ਸਟੂਡੈਂਟਸ ਨੂੰ ਲੈ ਰਿਹਾ। ਸੋ ਸਿਰਫ ਤੇ ਸਿਰਫ ਪਬਲਿਕ ਯੂਨੀਵਰਸਿਟੀਜ਼ ਦੇ ਵਿੱਚ ਲੈ ਰਿਹਾ। ਸੋ ਇੱਕ ਸਮਾਂ ਸੀ 2010 ਦਾ ਵਿੱਚ ਕਿ ਯੂਕੇ ਨੇ ਸਿੱਧਾ ਹੱਥ ਖੜਾ ਕੀਤਾ ਸੀ ਕਿ ਜਿੰਨੇ ਆਉਣਾ ਆ ਜਾਓ। ਅੱਛਾ ਜੀ। ਔਰ ਬਹੁਤ ਸਾਰੇ ਲੋਕ ਗਏ। ਓਕੇ। ਬਟ ਜਿਹੜਾ ਹੁਣ ਦਾ ਸਮਾਂ ਆ ਉਹ ਇਸ ਤਰੀਕੇ ਦਾ ਸੀਗਾ ਕਿ ਜਿਹੜਾ ਹੁਣ ਦਾ ਸਮਾਂ ਇਸ ਤਰੀਕੇ ਦਾ ਆ ਕਿ ਕੁਆਲਿਟੀ ਕੰਪਰੋਮਾਈਜ਼ ਨਹੀਂ ਹੈਗਾ। ਸੋ ਕੁਆਲਿਟੀ ਕੰਪਰੋਮਾਈਜ਼ ਨਹੀਂ ਹੋਣ ਕਰਕੇ ਸਟੂਡੈਂਟਸ ਦੀਆਂ ਫੀਸਾਂ ਵੱਧ ਨੇ। ਯੂਨੀਵਰਸਿਟੀ ਦੀ ਫੀਸ 12-15 ਹਜ਼ਾਰ ਪਾਉਂਡ ਤੱਕ ਹੁੰਦੀ ਹੈ। ਸੋ 9,000 ਪਾਉਂਡ ਤੋਂ ਲੈ ਕੇ। ਵਾਹ ਵਾਹ। ਸੋ ਮਤਲਬ ਤੁਸੀਂ ਦੱਸੋ ਵੀ 10-15 ਲੱਖ ਦਾ ਖਰਚਾ ਹੁੰਦਾ ਹੈ ਇਕੱਲੀ ਯੂਨੀਵਰਸਿਟੀ ਫੀਸ ਦਾ ਹੀ। ਓਕੇ। ਸੋ ਉਸ ਤੋਂ ਬਾਅਦ ਫਾਈਨੈਂਸ਼ੀਅਲ ਥੋੜੀਆਂ ਬਹੁਤ ਲਾਈਕ ਹੋਰ ਰਿਕੁਆਇਰਮੈਂਟਸ ਨੇ। ਸੋ ਕਰ ਕਰਾ ਕੇ ਸਟੂਡੈਂਟਸ ਨੂੰ ਹੁਣ ਹੈਲਥ ਇੰਸ਼ੋਰੈਂਸ ਪਹਿਲਾਂ ਬਾਏ ਕਰਨੀ ਪੈਂਦੀ ਹੈ। ਸੋ ਫਾਈਨੈਂਸ਼ੀਅਲ ਕਾਸਟ ਆਮ ਸਟੂਡੈਂਟ ਦਾ ਬਜਟ ਜਿਹੜਾ 12-15 ਲੱਖ ਤੱਕ ਯੂਕੇ ਦਾ ਹੋ ਗਿਆ, ਅੱਗੇ ਜਿਹੜਾ ਕਿ 2-4 ਲੱਖ ਦਾ ਹੁੰਦਾ ਸੀ ਸਿਰਫ। ਰਾਈਟ। ਪਰ ਫਾਈਨਲੀ ਫਾਇਦਾ ਇਹ ਹੈ ਕਿ ਯੂਕੇ ਵੀ ਹੁਣ ਜਿਹੜੀ ਪੁਆਇੰਟ ਬੇਸਡ ਇਮੀਗ੍ਰੇਸ਼ਨ ਸ਼ੁਰੂ ਕਰਤੀ ਹੈ। ਰਾਈਟ ਰਾਈਟ। ਸੋ ਇਹ ਵੀ ਇੱਕ ਨਵੀਂ ਚੀਜ਼ ਹੈ ਕਿ 1 ਜਨਵਰੀ 2021 ਤੋਂ ਯੂਕੇ ਨੇ ਪੁਆਇੰਟ ਬੇਸਡ ਇਮੀਗ੍ਰੇਸ਼ਨ ਚਾਲੂ ਕਰਤੀ, ਜਿਹਦੇ 'ਚ ਕਿ ਤੁਸੀਂ ਅਗਰ ਯੂਕੇ 'ਚ ਪੜ੍ਹੇ ਹੋ, ਅਗਰ ਤੁਸੀਂ ਯੂਕੇ ਜੌਬ ਹਾਸਲ ਕੀਤੀ, ਔਰ ਪਹਿਲਾਂ ਵੀ ਇੱਕ ਸਕਿਲਡ ਮਾਈਗ੍ਰੇਸ਼ਨ ਹੁੰਦੀ ਸੀ ਜਿਹਦੇ ਵਿੱਚ ਕਿ ਇੱਕ 35,000 ਪਾਉਂਡ ਬੱਚੇ ਕੋਲ ਚਾਹੀਦਾ ਹੁੰਦਾ ਸੀ ਐਨੂਅਲ ਇਨਕਮ। ਰਾਈਟ। ਉਹ ਘਟਾ ਕੇ 20,000 ਪਾਉਂਡ ਕਰਤੀ। ਸੋ ਹੁਣ ਕਾਫੀ ਈਜ਼ੀ ਹੋ ਗਿਆ ਪੁਆਇੰਟ ਬੇਸਡ ਇਮੀਗ੍ਰੇਸ਼ਨ ਰਾਹੀਂ। ਔਰ ਜਿਹੜੇ ਅੱਖਰ ਤੁਸੀਂ ਪਹਿਲਾਂ ਸੁਣੇ ਸੀ ਕਿ ਜਰਮਨੀ 'ਚ ਕਦੀ ਪੱਕਾ ਨਹੀਂ ਹੋ ਸਕਦਾ, ਇੰਗਲੈਂਡ 'ਚ ਕਦੀ ਪੱਕਾ ਨਹੀਂ ਹੋ ਸਕਦਾ, ਉਹ ਹੁਣ ਸਮਾਂ ਇਦਾਂ ਦਾ ਆ ਗਿਆ ਕਿ ਇਹ ਦੋਨੋਂ ਮੁਲਕ ਹੁਣ ਤੁਹਾਨੂੰ ਪੱਕਿਆਂ ਕਰ ਰਹੇ ਨੇ। ਓਕੇ। ਸੋ ਅਲਟੀਮੇਟਲੀ ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਸੀ ਕਿ ਸਾਡੇ ਬੱਚਿਆਂ ਦਾ ਭਵਿੱਖ, ਸੋ ਸਾਡੇ ਬੱਚਿਆਂ ਦੀ ਮਾਰ ਇੰਨੀ ਪਈ ਆ ਕਿ ਸਾਰੇ ਮੁਲਕਾਂ ਨੂੰ ਇਹੀ ਚਾਹੀਦੇ ਨੇ। ਮਤਲਬ ਉਹਨਾਂ ਨੂੰ ਯੰਗ ਸ਼ੋਲਡਰਸ ਚਾਹੀਦੇ ਨੇ, ਔਰ ਸਾਡੀ ਇੰਡੀਆ ਦੀ ਜਨਰੇਸ਼ਨ ਜ਼ਿਆਦਾ ਯੰਗ ਇੰਡੀਆ ਹੈ। ਬਿਲਕੁਲ। ਇਸ ਕਰਕੇ ਬਹੁਤ ਬ੍ਰਾਈਟ ਫਿਊਚਰ। ਸਾਡਾ ਸਭ ਤੋਂ ਵੱਡਾ ਐਸੈਟ ਹੀ ਸਾਡੀ ਪਾਪੂਲੇਸ਼ਨ ਹੈ। ਸੋ ਅਗਰ ਦੇਖਿਆ ਜਾਵੇ ਨਾ ਕਿ ਤੁਹਾਡਾ ਇੰਡੀਆ ਦਾ ਸਭ ਤੋਂ ਵੱਡਾ ਐਸੈਟ ਕੀ ਆ, ਸਾਡੀ ਐਸੈਟ ਅਸੀਂ ਆ। ਸੋ ਅਸੀਂ ਬਾਕੀ ਰਿਸੋਰਸਿਸ ਦੀ ਗੱਲ ਨਹੀਂ ਕਰ ਰਹੇ, ਸਾਡੀ ਸਭ ਤੋਂ ਵੱਡਾ ਐਸੈਟ ਸਾਡੀ ਮੈਨ ਪਾਵਰ ਹੈ। ਔਰ ਇਸੇ ਚੀਜ਼ ਦੇ ਉੱਪਰ ਪੂਰੇ ਦੇ ਪੂਰੇ ਸਾਰੇ ਮੁਲਕ ਆ ਉਹ ਦਾਅ ਲਾ ਰਹੇ ਨੇ। ਸੋ ਆਬਵੀਅਸਲੀ ਉਹਨਾਂ ਦਾ ਵੀ ਕੰਮ ਹੋ ਰਿਹਾ, ਸਾਡੇ ਬੱਚਿਆਂ ਨੂੰ ਵੀ ਮਾਨ ਸਨਮਾਨ ਮਿਲ ਰਿਹਾ। ਸੋ ਇਟ ਇਜ਼ ਵਿਨ ਵਿਨ ਸਿਚੁਏਸ਼ਨ ਫॉर एवरीवन। ਔਰ ਜਿੰਨੀ ਅਸੀਂ ਐਪਲੀਕੇਸ਼ਨ ਕਰਦੇ ਹਾਂ, ਔਰ ਕਿਸੇ ਟਾਈਮ ਸਾਨੂੰ ਲੱਗਦਾ ਕਿ ਸਾਨੂੰ ਇੱਥੇ ਬੱਚੇ ਵੇਖਣ ਨੂੰ ਨਹੀਂ ਮਿਲਣੇ, ਬਟ ਕੀ ਕਰੀਏ, ਮਤਲਬ ਪ੍ਰੋਫੈਸ਼ਨ ਹੈ ਇਹ। ਔਰ ਆਬਵੀਅਸਲੀ ਇਸ ਸਮੇਂ 'ਚ ਇਸ ਤੋਂ ਦੂਸਰਾ ਤੋੜ ਵੀ ਕੋਈ ਨਹੀਂ ਹੈ। ਮਤਲਬ ਮਾਰਕੀਟ ਦੇ ਵਿੱਚ ਪੋਟੈਂਸ਼ੀਅਲ ਹੈ, ਉਹਨਾਂ ਵਾਸਤੇ ਸਾਡੇ ਕੋਲ ਪੋਟੈਂਸ਼ੀਅਲ ਹੈ, ਸਾਡੇ ਵਾਸਤੇ ਉਹਨਾਂ ਕੋਲ ਪੋਟੈਂਸ਼ੀਅਲ ਹੈ। ਵਿਨ ਵਿਨ ਸਿਚੁਏਸ਼ਨ ਹੋਈ ਹੈ। ਐਗਜ਼ੈਕਟਲੀ। ਵੈਰੀ 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 ਥੈਂਕਫੁਲ ਕਿ ਤੁਸੀਂ ਇੰਨੀ ਐਨਲਾਈਟਨਿੰਗ ਸਾਡੇ ਨਾਲ ਟਾਕ ਕੀਤੀ ਹੈ। ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ। ਔਰ ਇਹ ਸਾਡੇ ਸਟੂਡੈਂਟਸ ਵਾਸਤੇ, ਸਾਡੇ ਦਰਸ਼ਕਾਂ ਵਾਸਤੇ ਜ਼ਰੂਰ ਫਰੂਟਫੁਲ ਰਹੇਗੀ। ਥੈਂਕ ਯੂ ਸੋ ਮਚ। ਓਕੇ ਸਰ, ਸ਼ੁਕਰੀਆ ਜੀ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।